ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਅੱਜ ਦੀ ਵੀਡੀਓ ਥੰਬਨੇਲ ਦੇਖ ਕੇ ਸਮਝੇ ਕਿ ਆਵਾਂਗੇ ਗੱਲਬਾਤ ਕਰਨ ਜਾ ਰਹੇ ਵੀ ਘਰ ਬੈਠ ਕੇ 60 ਈਚ ਸਕੋਰ ਆਪਾਂ ਕਿਵੇਂ ਲੈ ਸਕਦੇ ਆ। ਕਾਫੀ ਬੱਚਿਆਂ ਦਾ ਮੈਸੇਜ ਆਉਂਦਾ ਪਿਆ ਸੀਗਾ ਵੀ ਸਰ 60 ਈਚ ਸਕੋਰ ਲੈਣੇ ਆ। 2023 ਦੇ ਵਿੱਚ 60 ਈਚ ਸਕੋਰ ਜਿਹੜੇ ਆ ਸਾਡੇ ਆਉਂਦੇ ਨਹੀਂ ਪਏਗੇ। ਜਦੋਂ ਐਗਜ਼ਾਮ ਦਿੰਨੇ ਪਏ ਆ ਸਾਡੇ ਸਕੋਰ 55 57 ਇੱਥੋਂ ਤੱਕ ਆ ਕੇ ਰੁਕ ਜਾਂਦੇ ਆ। 60 ਈਚ ਸਕੋਰ ਲੈਣ ਦਾ ਵਧੀਆ ਮੈਥਡ ਵਧੀਆ ਵੇ ਕਿਹੜੀਆਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਵਾ, ਕਿੰਨੀ ਪ੍ਰੈਕਟਿਸ ਕਰਨੀ ਚਾਹੀਦੀ ਆ, ਕਿਹੜੀਆਂ ਗਲਤੀਆਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਵਾ। ਸੋ ਅੱਜ ਕੱਲੀ ਚੀਜ਼ ਤੁਹਾਡੇ ਨਾਲ ਵਾਈਟ ਬੋਰਡ ਤੇ ਐਕਸਪਲੇਨ ਕਰੂੰਗਾ ਵੀ ਤੁਸੀਂ 60 ਈਚ ਸਕੋਰ ਸਿਰਫ ਔਰ ਸਿਰਫ 15 ਦਿਨਾਂ ਦੇ ਵਿੱਚ ਘਰ ਬੈਠ ਕੇ ਕਿਵੇਂ ਪ੍ਰਾਪਤ ਕਰ ਸਕਦੇ ਹੋ। ਆ ਸਾਰੀ ਵੀਡੀਓ ਲਾਸਟ ਤੱਕ ਦੇਖਿਓ। ਜਿਹੜੇ ਬੱਚੇ ਨੇ ਸਾਰੀ ਵੀਡੀਓ ਲਾਸਟ ਤੱਕ ਦੇਖੀ ਗਾਰੰਟੀ ਦਿੰਦਾ ਵਾਂ ਵੀ ਘਰ ਬੈਠ ਕੇ 60 ਈਚ ਸਕੋਰ ਜਿਹੜੇ ਉਹ ਆਪਦੇ ਪ੍ਰਾਪਤ ਕਰੂਗਾ। ਨਾਰਮਲੀ ਨਾ ਇਹ ਚੀਜ਼ ਬਹੁਤ ਵਾਰੀ ਦੇਖੀ ਜਾਂਦੀ ਆ। ਕਾਫੀ ਬੱਚੇ ਮਨ 'ਚ ਡਾਊਟ ਰੱਖਦੇ ਵੀ ਅਸੀਂ 60 ਈਚ ਸਕੋਰ ਲੈਣੇ ਆ, ਸਾਡਾ ਟਾਰਗੇਟ ਅਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ, ਅਸੀਂ ਕੈਨੇਡਾ ਜਾਣਾ ਚਾਹੁੰਦੇ ਆ, ਸਾਡੇ ਸਕੋਰ ਜਿਹੜੇ ਆ 60 ਈਚ ਨਹੀਂ ਆਉਂਦੇ ਪਏਗੇ। ਅੱਜ ਕੱਲ ਤਾਂ ਆਸਟ੍ਰੇਲੀਆ ਨੇ ਵੀ ਜਿਹੜੀ ਰਿਕੁਆਇਰਮੈਂਟ ਉਹ 60 ਦੀ ਕਰ ਦਿੱਤੀ ਆ ਵੀ 60 ਵਾਲਾ ਸਟੂਡੈਂਟ ਹੀ ਪਲੱਸ 2 ਵਾਲਾ ਵੀ ਅਸੀਂ ਸਾਦੇ ਪਏ ਆ। ਸੋ 60 ਸਕੋਰ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਆ, ਅੱਜ ਕੁਝ ਇਦਾਂ ਦੀਆਂ ਟੈਕਨੀਕਸ, ਕੁਝ ਇਦਾਂ ਦੇ ਮੈਥਡ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਤੁਸੀਂ ਵੀ ਆਪਣੇ ਘਰ ਬੈਠ ਕੇ 60 ਈ ਸਕੋਰ ਪ੍ਰਾਪਤ ਕਰ ਸਕਦੇ ਹੋ। ਜੋ ਆ ਹਫਤੇ ਮਹੀਨੇ ਦੇ ਵਿੱਚ ਜੋ ਬੱਚਿਆਂ ਨੇ ਐਗਜ਼ਾਮ ਦਿੱਤੇ ਆ, ਜੋ ਉਹਨਾਂ ਦੇ ਮੈਥਡ ਐਗਜ਼ਾਮ ਦੇ ਵਿੱਚ ਵਰਕ ਕੀਤੇ ਆ, ਜਿੰਨਾ ਮੈਥਡਸ ਦੇ ਨਾਲ ਉਹ ਆਪਦੇ ਐਗਜ਼ਾਮ ਦੇ ਵਿੱਚ ਸਕੋਰ ਲੈ ਕੇ ਆਏ ਆ, ਕੁਝ ਇਦਾਂ ਦੇ ਮੈਥਡਸ, ਕੁਝ ਇਦਾਂ ਦੀਆਂ ਟੈਕਨੀਕਸ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਜੋ ਤੁਸੀਂ ਵੀ ਆਪਦੇ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰ ਲੈ ਕੇ ਆ ਸਕਦੇ ਹੋ। ਸਭ ਤੋਂ ਪਹਿਲੀ ਚੀਜ਼ ਆ ਰੀਡ ਅਲਾਉਡ। ਸਭ ਤੋਂ ਪਹਿਲੀ ਚੀਜ਼ ਸਟਾਰਟਿੰਗ, ਠੀਕ ਹੈ। ਰੀਡ ਅਲਾਉਡ ਦੇ ਵਿੱਚ ਸਭ ਤੋਂ ਪਹਿਲਾਂ ਬੱਚੇ ਕੀ ਕਹਿੰਦੇ ਸੀਗੇ, ਰੀਡ ਅਲਾਉਡ ਦੇ ਵਿੱਚ ਕਾਫੀ ਕਨਫਿਊਜ਼ਨ ਆ, ਡਾਊਟਸ ਬਹੁਤ ਸਾਰੇ ਨੇ ਰੀਡ ਅਲਾਉਡ ਦੇ ਵਿੱਚ। ਕਿਵੇਂ ਰੀਡ ਅਲਾਉਡ ਦੀ ਇੰਪਰੂਵਮੈਂਟ ਕਰੀਏ, ਕਿੱਥੋਂ ਪ੍ਰੈਕਟਿਸ ਕਰੀਏ, ਸਾਡਾ ਰੀਡ ਅਲਾਉਡ ਦੇ ਵਿੱਚ ਕੁਝ ਵੀ ਸਹੀ ਨਹੀਂ ਜਾਂਦਾ ਪਿਆਗਾ, ਕਿਵੇਂ ਪ੍ਰੈਕਟਿਸ ਕਰਨੀ ਚਾਹੀਦੀ, ਕਿਹੜੇ ਵੇ ਨਾਲ ਪ੍ਰੈਕਟਿਸ ਕਰਨੀ ਚਾਹੀਦੀ। ਇੱਕ ਚੀਜ਼ ਤੁਹਾਨੂੰ ਦੱਸਾਂ, 3 ਚੀਜ਼ਾਂ ਰੀਡ ਅਲਾਉਡ ਨੂੰ ਪ੍ਰੈਕਟਿਸ ਕਰਨੀਆਂ ਨੇ। ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ YouTube, ਸੈਕੰਡ ਚੀਜ਼ ਆ ਜਾਂਦੀ ਹੈ ਤੁਹਾਡੀ ਬੁੱਕ, ਥਰਡ ਚੀਜ਼ ਆ ਜਾਂਦੀ ਆ ਨਿਊਜ਼ਪੇਪਰ। ਇਹ ਤਿੰਨਾਂ ਚੀਜ਼ਾਂ ਤੋਂ ਜਿਹੜੀ ਪ੍ਰੈਕਟਿਸ ਆ ਉਹ ਤੁਸੀਂ ਕਰ ਸਕਦੇ ਹੋ ਰੀਡ ਅਲਾਉਡ ਦੀ। ਸਭ ਤੋਂ ਪਹਿਲੀ ਚੀਜ਼, ਜਿਹੜਾ ਬੱਚਾ YouTube ਤੋਂ ਪ੍ਰੈਕਟਿਸ ਕਰਦਾ ਪਿਆ ਰੀਡ ਅਲਾਉਡ ਦੀ, YouTube ਤੋਂ ਪ੍ਰੈਕਟਿਸ ਰੀਡ ਅਲਾਉਡ ਦੀ ਕਿਹੜੇ ਵੇ ਨਾਲ ਹੁੰਦੀ ਆ, ਕਾਹਤੋਂ ਹੁੰਦੀ ਆ, ਪ੍ਰੋਪਰ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੇ ਬੱਚੇ ਦਾ ਪ੍ਰੋਪਰਲੀ ਲੈਵਲ ਵੀਕ ਆ ਰੀਡ ਅਲਾਉਡ ਦੇ ਵਿੱਚ, ਜਿਹੜਾ ਬੱਚਾ ਕਹਿੰਦਾ ਵੀ ਮੇਰਾ ਬਿਲਕੁਲ ਵੀ ਮੇਰੇ ਸਕੋਰ ਨਹੀਂ ਆਉਂਦੇ ਪਏਗੇ, ਬਿਲਕੁਲ ਵੀ ਮੇਰੇ ਸਕੋਰ ਜ਼ੀਰੋ ਰਹਿੰਦੇ ਪਏ ਆ, ਉਹ ਬੱਚੇ ਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ YouTube ਤੋਂ। ਅਕਸਰ ਆਪਾਂ ਦੇਖਦੇ ਆ ਜਦੋਂ ਕਲਾਸ ਦੇ ਵਿੱਚ ਟੀਚਰ ਨੂੰ ਕੀ ਬੱਚਾ ਕਹਿੰਦਾ ਵਾ, ਜਾਂ ਵੈਸੇ ਕੋਈ ਬੱਚਾ ਕਹਿੰਦਾ ਸਰ ਮੇਰੇ ਰੀਡ ਅਲਾਉਡ ਬਹੁਤ ਵੀਕ ਆ, ਟੀਚਰ ਨੂੰ ਇੱਕੋ ਚੀਜ਼ ਰਿਕਮੈਂਡ ਕਰਦੇ ਆ, ਤੂੰ ਨਿਊਜ਼ਪੇਪਰ ਪੜ੍ਹ ਲਾ, ਤੂੰ ਬੁੱਕ ਪੜ੍ਹ ਲਾ, ਤੇਰੇ ਰੀਡ ਅਲਾਉਡ ਇੰਪਰੂਵ ਹੋਣੇ ਸ਼ੁਰੂ ਹੋ ਜਾਣਗੇ। ਮੈਥਡ ਸਮਝਣ ਦੀ ਕੋਸ਼ਿਸ਼ ਕਰੋ, ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਮੈਂ ਨਿਊਜ਼ਪੇਪਰ ਪੜ੍ਹਨਾ ਕਿਉਂ ਆ, ਮੈਂ ਬੁੱਕ ਨੂੰ ਪੜ੍ਹਨਾ ਕਿਉਂ, ਆਪਦੇ ਲੈਵਲ ਨੂੰ ਸਮਝੋ। ਫਸਟ ਲੈਵਲ, ਜਿਹੜੇ ਬੱਚੇ ਦਾ ਲੈਵਲ ਬਿਲਕੁਲ ਵੀਕ ਆ ਉਹਨੂੰ ਪੜ੍ਹਨਾ ਚਾਹੀਦਾ, ਉਹਨੂੰ YouTube ਤੋਂ ਜਿਹੜੇ ਆ ਡੇਲੀ ਦੀ ਇੱਕ ਵੀਡੀਓ ਰੀਡ ਅਲਾਉਡ ਦੀ ਕਵਰ ਕਰਨੀ ਚਾਹੀਦੀ ਆ। ਜਿਹੜਾ ਬੱਚਾ ਕਹਿੰਦਾ ਵੀ ਸਰ ਮੇਰਾ ਲੈਵਲ ਠੀਕ ਆ, ਜ਼ਿਆਦਾ ਲੈਵਲ ਮੇਰਾ ਵੀਕ ਨਹੀਂਗਾ, ਨਾਰਮਲ ਲੈਵਲ ਆ ਮੇਰਾ, ਠੀਕ ਹੈ, ਨਾਰਮਲ ਲੈਵਲ ਵਾਲੇ ਬੱਚੇ ਨੂੰ ਡੇਲੀ ਬੁੱਕ ਪੜ੍ਹਨੀ ਚਾਹੀਦੀ ਆ, ਠੀਕ ਆ ਜੀ। ਤੇ ਜਿਹੜਾ ਬੱਚਾ ਕਹਿੰਦਾ ਵੀ ਮੇਰੇ ਰੀਡ ਅਲਾਉਡ ਜਿਹੜੇ ਆ ਉਹ 50 60 ਇੱਥੇ ਰਹਿੰਦੇ ਆ, ਮੈਂ ਰੀਡ ਅਲਾਉਡ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦਾ ਵਾਂ, ਵੀ 70 ਤੋਂ ਪਲੱਸ ਕਰਵਾਉਣਾ ਚਾਹੁੰਦਾ ਵਾਂ, ਉਹਨੂੰ ਫਿਰ ਕਰਨਾ ਚਾਹੀਦਾ ਵਾ ਨਿਊਜ਼ਪੇਪਰ। ਆਹ 3 ਚੀਜ਼ਾਂ ਨੇ, ਇਹਨਾਂ ਤਿੰਨਾਂ ਚੀਜ਼ਾਂ ਨੂੰ ਆਹ ਮੈਥਡ ਦੇ ਨਾਲ ਕਰਨਾ ਚਾਹੀਦਾ ਵਾ। ਹੁਣ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਆਪਦਾ ਲੈਵਲ ਲੱਭਣਾ ਵਾ ਵੀ ਸਾਡਾ ਲੈਵਲ ਕਿਹੜੀ ਚੀਜ਼ ਵਾਲਾ ਵਾ। ਸਾਡਾ ਲੈਵਲ YouTube ਵਾਲਾ ਵਾ, ਸਾਡਾ ਲੈਵਲ ਬੁੱਕ ਵਾਲਾ ਵਾ, ਸਾਡਾ ਲੈਵਲ ਨਿਊਜ਼ਪੇਪਰ ਵਾਲਾ ਵਾ, ਠੀਕ ਆ ਜੀ। ਸੋ ਆਪਦਾ ਲੈਵਲ ਲੱਭ ਕੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਨੂੰ ਚੂਜ਼ ਕਰਕੇ ਤੋਂ ਪ੍ਰੈਕਟਿਸ ਕਰਨੀ ਸਟਾਰਟ ਕਰ ਦਿਓ। ਐਂਡ ਐਪਯੂਨੀ ਤੇ ਰੀਡ ਅਲਾਉਡ ਡੇਲੀ ਦੇ 10 to 20 ਇਹਨਾਂ ਨੂੰ ਪਰਫਾਰਮ ਕਰਨਾ ਵਾ। ਸੋ ਡੈਫੀਨਿਟਲੀ ਤੁਹਾਡੇ ਰੀਡ ਅਲਾਉਡ ਜਿਹੜੇ ਆ 15 ਦਿਨਾਂ ਦੇ ਵਿੱਚ ਬਹੁਤ ਇੰਪਰੂਵ ਹੋਣੇ ਸ਼ੁਰੂ ਹੋ ਜਾਣਗੇ। ਬਸ ਆਹ ਚੀਜ਼ ਨੂੰ ਪ੍ਰੋਪਰਲੀ ਮੇਨਟੇਨ ਕਰਕੇ ਰੱਖਣਾ ਵਾ, ਪ੍ਰੈਕਟਿਸ ਕਰਨੀ ਆ। ਸੋ ਡੈਫੀਨਿਟਲੀ ਇੰਪਰੂਵਮੈਂਟ ਤੁਹਾਡੀ ਸ਼ੋ ਹੋਊਗੀ। ਅਗਲੀ ਚੀਜ਼ ਆਉਂਦੀ ਆ ਰਿਪੀਟ ਸੈਂਟੈਂਸ। ਰਿਪੀਟ ਸੈਂਟੈਂਸ ਦੇ ਵਿੱਚ ਹੁਣ ਕਾਫੀ ਕਨਫਿਊਜ਼ਨ ਦੇਖਣ ਨੂੰ ਮਿਲਦੀ ਹੈ ਮੈਨੂੰ। ਅਕਸਰ ਨਾ ਬੱਚਿਆਂ ਦੇ ਮੈਸੇਜ ਆਉਂਦੇ ਰਹਿੰਦੇ ਆ, ਰਿਪੀਟ ਸੈਂਟੈਂਸ ਤੁਹਾਨੂੰ ਸੁਣਦੇ ਨਹੀਂ, ਜੇ ਸੁਣਦੇ ਆ ਅਸੀਂ ਫੰਬਲ ਹੋ ਜਾਂਦੇ ਆ, ਅਸੀਂ ਪਿੱਛੇ ਫਿਲਰ ਐਡ ਕਰ ਸਕਦੇ ਆ। ਇੱਕ ਰਿਪੀਟ ਸੈਂਟੈਂਸ ਨੂੰ 2 ਵਾਰ ਬੋਲ ਸਕਦੇ ਆ। ਇੱਕ ਚੀਜ਼ ਨੂੰ ਸਮਝੋ, ਰਿਪੀਟ ਸੈਂਟੈਂਸ ਬਹੁਤ ਇੰਪੋਰਟੈਂਟ ਪਾਰਟ ਆ ਤੁਹਾਡੀ ਸਪੀਕਿੰਗ ਵਾਸਤੇ, ਨਾਲ ਦੀ ਨਾਲ ਤੁਹਾਡੀ ਲਿਸਨਿੰਗ ਵਾਸਤੇ ਵੀ। ਜੇਕਰ ਤੁਹਾਡਾ ਸਪੀਕਿੰਗ ਪਾਰਟ ਥੱਲੇ ਜਾਂਦਾ ਪਿਆ ਵਾ, ਤੁਹਾਡਾ ਲਿਸਨਿੰਗ ਪਾਰਟ ਅਪ ਨਹੀਂ ਹੁੰਦਾ ਪਿਆਗਾ, ਉਹਦਾ ਬਹੁਤ ਵੱਡਾ ਕਾਰਨ ਜਿਹੜਾ ਵਾ ਤੁਹਾਡੇ ਰਿਪੀਟ ਸੈਂਟੈਂਸ ਹੋ ਸਕਦੇ ਆ। ਕਿ ਚੀਜ਼ ਨੂੰ ਦੱਸਾਂ, ਰਿਪੀਟ ਸੈਂਟੈਂਸ ਨੂੰ ਵੇਖਣ ਨੂੰ ਤਾਂ ਨਾਰਮਲ ਲੱਗਦੇ ਆ। ਰਿਪੀਟ ਸੈਂਟੈਂਸ ਜਿਹੜੇ ਆ 3 ਮਾਰਕਸ ਦਾ ਕੰਟੈਂਟ ਆ ਗਿਆ, 5 ਮਾਰਕਸ ਦੀ ਫਲੂਐਂਸੀ ਆ, 5 ਮਾਰਕਸ ਦੀ ਪ੍ਰੋਨੰਸੀਏਸ਼ਨ ਆ। ਪਰ ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ, ਆ 3 ਨੰਬਰ ਉਹਦੇ ਲਿਸਨਿੰਗ 'ਚ ਜਾ ਰਹੇ ਆ, ਠੀਕ ਆ, ਆ ਟੋਟਲੀ ਨੰਬਰ ਜਿਹੜੇ ਆ ਉਹਦੇ ਸਪੀਕਿੰਗ 'ਚ ਜਾ ਰਹੇ ਆ। ਹੁਣ ਮੇਨ ਚੀਜ਼ ਸਮਝਣ ਦੀ ਕੋਸ਼ਿਸ਼ ਇਹ ਆ, ਜੇਕਰ ਮੈਂ ਰਿਪੀਟ ਸੈਂਟੈਂਸ ਦੇ ਫਲੋ ਪ੍ਰੋਨੰਸੀਏਸ਼ਨ ਤੇ ਫੋਕਸ ਕਰਾਂ ਤਾਂ ਮੇਰੀ ਲਿਸਨਿੰਗ ਜਾ ਰਹੀ ਆ, ਤੇ ਜੇ ਮੈਂ ਉਹਦੇ ਕੰਟੈਂਟ ਤੇ ਫੋਕਸ ਕਰਾਂ ਮੇਰੀ ਸਪੀਕਿੰਗ ਜਾ ਰਹੀ ਆ। ਇਹ ਦੋਵੇਂ ਚੀਜ਼ਾਂ ਵਾਸਤੇ ਇੰਪੋਰਟੈਂਟ ਆ, ਕਿਉਂਕਿ ਰਿਪੀਟ ਸੈਂਟੈਂਸ ਦੀ ਸਕੋਰਿੰਗ ਨਾ ਤਾਂ ਕੋਈ ਸਪੀਕਿੰਗ ਨੂੰ ਦਿੰਦਾ ਵਾ, ਤੇ ਨਾ ਹੀ ਰਿਪੀਟ ਸੈਂਟੈਂਸ ਦੀ ਸਕੋਰਿੰਗ ਕੋਈ ਚੀਜ਼ ਲਿਸਨਿੰਗ ਨੂੰ ਦਿੰਦੀ ਆ। ਰਿਪੀਟ ਸੈਂਟੈਂਸ ਦੀਆਂ ਦੋਵੇਂ ਚੀਜ਼ਾਂ ਇੰਪਰੂਵ ਹੋਣੀਆਂ ਬਹੁਤ ਜ਼ਰੂਰੀ ਆ। ਇੱਕ ਚੀਜ਼ ਮੈਂ ਤੁਹਾਨੂੰ ਐਗਜ਼ਾਮ ਤੇ ਸਮਝਾ ਦਾਂ, ਜਦੋਂ ਤੁਸੀਂ ਐਗਜ਼ਾਮ ਦਿੰਨੇ ਪਏ ਹੋ,
एग्जाम ਦੇ ਵਿੱਚ ਤੁਹਾਡੇ ਰਿਪੀਟ ਸੈਂਟੈਂਸ ਜਿਹੜੇ ਆ 10 ਰਿਪੀਟ ਸੈਂਟੈਂਸ ਜਸਟ ਫॉर ਐਗਜ਼ਾਮਪਲ ਤੁਹਾਨੂੰ ਐਗਜ਼ਾਮ ਚ ਆਉਂਦੇ ਪਏ ਆ 10 ਦੇ ਵਿੱਚੋਂ ਘੱਟ ਤੋਂ ਘੱਟ ਤੁਹਾਡੇ 4 ਤੋਂ 5 ਰਿਪੀਟ ਸੈਂਟੈਂਸ ਇਦਾਂ ਦੇ ਹੋਣੇ ਚਾਹੀਦੇ ਆ ਜਿਹੜੇ 3 ਕੰਟੈਂਟ ਦੇ ਹੋਣੇ ਹੀ ਚਾਹੀਦੇ ਆ। ਜਿਹੜੇ ਬੱਚੇ ਕਹਿੰਦੇ ਨੇ ਵੀ ਸਾਡੇ ਐਗਜ਼ਾਮ ਦੇ ਵਿੱਚ ਰਿਪੀਟ ਸੈਂਟੈਂਸ ਕਿੰਨੇ ਕ ਲੈਵਲ ਦੇ ਚਾਹੀਦੇ ਆ ਜੋ ਅਸੀਂ 60 ਸਕੋਰ ਜਿਹੜੇ ਆ ਡੈਫੀਨਿਟਲੀ ਲੈ ਸਕਦੇ ਆ। 60 ਸਕੋਰ ਲੈਣ ਵਾਸਤੇ ਨਾ 60 ਈਚ ਲੈਣ ਵਾਸਤੇ 2 ਮੋਡਿਊਲ 70 ਟੱਚ ਕਰਵਾਉਣੇ ਬਹੁਤ ਜ਼ਰੂਰੀ ਆ ਤੇ 2 ਮੋਡਿਊਲ 70 ਟੱਚ ਕਰਵਾਉਣੇ ਤਾਂ ਰਿਪੀਟ ਸੈਂਟੈਂਸ ਦਾ ਮਾੜਾ ਹੋਣਾ ਬਿਲਕੁਲ ਵੀ ਤੁਸੀਂ ਕਿਸੇ ਚੀਜ਼ ਨੂੰ ਇੰਪਰੂਵ ਨਹੀਂ ਕਰ ਸਕਦੇ। ਜੇ 2 ਮੋਡਿਊਲ ਤੁਸੀਂ 70 ਟੱਚ ਕਰਵਾਉਣੇ ਆ ਨਾ ਤਾਂ ਰਿਪੀਟ ਸੈਂਟੈਂਸ ਨੂੰ ਬੈਸਟ ਬਣਾਉਣਾ ਹੀ ਪਊਗਾ। ਹੁਣ ਇੱਕ ਚੀਜ਼ ਨੂੰ ਧਿਆਨ ਚ ਰੱਖਿਓ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਨਾ ਬਹੁਤ ਵੇ ਨਾ ਹੁੰਦੀ ਆ। ਬਹੁਤ ਬੱਚੇ ਰਿਪੀਟ ਸੈਂਟੈਂਸ ਨੂੰ ਡੇਲੀ 100 ਪਰਫਾਰਮ ਕਰ ਦਿੰਦੇ ਆ 200 ਪਰਫਾਰਮ ਕਰ ਦਿੰਦੇ ਆ। ਸਾਡੇ ਇੰਪਰੂਵ ਨਹੀਂ ਹੁੰਦੇਗੇ ਅਸੀਂ ਪ੍ਰੈਕਟਿਸ ਬਹੁਤ ਕਰਦੇ ਆ ਫਿਰ ਵੀ ਸਾਡੇ ਰਿਪੀਟ ਸੈਂਟੈਂਸ ਇੰਪਰੂਵ ਨਹੀਂ ਹੁੰਦੇਗੇ। ਹੁਣ ਇੱਕ ਚੀਜ਼ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਡੇਲੀ ਦੇ ਰਿਪੀਟ ਸੈਂਟੈਂਸ ਆਪਾਂ ਨੂੰ ਓਨਲੀ 50 ਕਰਨੇ ਚਾਹੀਦੇ ਆ। ਓਨਲੀ 50 ਰਿਪੀਟ ਸੈਂਟੈਂਸ ਡੇਲੀ ਦੇ ਪਰਫਾਰਮ ਕਰੋ। ਇਸ ਤੋਂ ਜ਼ਿਆਦਾ ਰਿਪੀਟ ਸੈਂਟੈਂਸ ਤੁਸੀਂ ਬਿਲਕੁਲ ਵੀ ਪਰਫਾਰਮ ਨਹੀਂ ਕਰਨੇਗੇ। ਹੁਣ ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ 50 ਰਿਪੀਟ ਸੈਂਟੈਂਸ ਜਿਹੜੇ ਆ ਇਹਨਾਂ ਨੂੰ ਤੁਸੀਂ 3 ਸਪੀਡ ਤੋਂ ਪਰਫਾਰਮ ਕਰਨਾ 0.8 ਦੀ ਸਪੀਡ ਤੋਂ 1.0 ਦੀ ਸਪੀਡ ਤੋਂ ਐਂਡ ਨਾਲ ਦੀ ਨਾਲ 1.2 ਦੀ ਸਪੀਡ ਤੋਂ ਆ 3 ਸਪੀਡ ਤੇ ਤੁਹਾਡੇ ਰਿਪੀਟ ਸੈਂਟੈਂਸ ਜਿਹੜੇ ਆ ਇਹਨਾਂ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ। ਹੁਣ ਜਿਹੜਾ ਬੱਚਾ ਰਿਪੀਟ ਸੈਂਟੈਂਸ ਡੇਲੀ ਦੇ 50 ਕਰਦਾ ਪਿਆ ਆ 3 ਸਪੀਡਸ ਤੋਂ ਉਹਨਾਂ ਦੀ ਪ੍ਰੈਕਟਿਸ ਕਰਦਾ ਪਿਆ ਐਪੀਡੀ ਤੋਂ ਪ੍ਰੈਕਟਿਸ ਕਰਦਾ ਪਿਆ ਵਾ ਮੈਂ ਲੈ ਕੇ ਗਾਰੰਟੀ ਦਿੰਦਾ ਵੀ 15 ਦਿਨਾਂ ਦੇ ਵਿੱਚ ਉਹਦੇ ਰਿਪੀਟ ਸੈਂਟੈਂਸ ਜਿਹੜੇ ਆ ਉਹ ਬਿਲਕੁਲ ਵੀ ਖਰਾਬ ਨਹੀਂ ਰਹਿਣਗੇ। ਪਰ ਪ੍ਰੈਕਟਿਸ ਕਰਨ ਦਾ ਵੇ ਕੀ ਆ ਪ੍ਰੈਕਟਿਸ ਕਰਨ ਦਾ ਮੈਥਡ ਕੀ ਹੋਣਾ ਚਾਹੀਦਾ ਵਾ ਇੱਕ ਚੀਜ਼ ਨੂੰ ਧਿਆਨ 'ਚ ਰੱਖੋ 50 ਰਿਪੀਟ ਸੈਂਟੈਂਸ ਆ ਨਾ ਤੁਸੀਂ ਇੱਕ ਰਿਪੀਟ ਸੈਂਟੈਂਸ ਕੀਤਾ ਤੁਹਾਨੂੰ ਸਮਝ ਕੁਝ ਨਹੀਂ ਆਇਆ ਕੁਝ ਪਤਾ ਨਹੀਂ ਲੱਗਾ ਉਹ ਰਿਪੀਟ ਸੈਂਟੈਂਸ ਚੋਂ ਮਾਰਕਸ ਨਹੀਂ ਆਏ ਉਹਨੂੰ ਦੂਜੀ ਵਾਰੀ ਲਓ ਫਿਰ ਨਹੀਂ ਸਮਝ ਆਇਆ ਉਹਨੂੰ ਤੀਜੀ ਵਾਰੀ ਲਓ ਫਿਰ ਨਹੀਂ ਸਮਝ ਆਇਆ ਉਹਨੂੰ ਚੌਥੀ ਵਾਰੀ ਲਓ। ਜੇ ਉਹ 4 ਵਾਰੀ ਵੀ ਰਿਪੀਟ ਸੈਂਟੈਂਸ ਕਰਕੇ ਤੁਹਾਡਾ ਇੰਪਰੂਵ ਨਹੀਂ ਹੁੰਦਾ ਪਿਆਗਾ ਫਿਰ ਉਹਨੂੰ ਰਿਪੀਟ ਸੈਂਟੈਂਸ ਨੂੰ ਆਪਣੀ ਕਾਪੀ ਤੇ ਨੋਟ ਡਾਊਨ ਕਰ ਲਓ ਜ਼ਰੂਰੀ ਆ ਇੰਪੋਰਟੈਂਟ ਆ। ਇੱਕ ਚੀਜ਼ ਮੈਂ ਤੁਹਾਨੂੰ ਧਿਆਨ 'ਚ ਦੱਸਾਂ ਜਿਹੜੀ ਚੀਜ਼ ਆਪਾਂ ਬੋਲ ਕੇ ਪ੍ਰੈਕਟਿਸ ਕਰਦੇ ਆ ਨਾ ਬੋਲ ਕੇ ਪ੍ਰੈਕਟਿਸ ਕਰਦੇ ਆ ਉਹਦੇ ਟਾਈਮ ਆਪਣਾ ਦਿਮਾਗ ਸੋਚਦਾ ਨਹੀਂ ਹੁੰਦਾਗਾ। ਇਹ ਹਿਊਮਨ ਸਾਈਕੋਲੋਜੀ ਆ ਉਹ ਕਹਿੰਦੀ ਹੈ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਬੋਲ ਕੇ ਪ੍ਰੈਕਟਿਸ ਕਰਦੇ ਪਏ ਆ ਆਪਣਾ ਦਿਮਾਗ ਉੱਥੇ ਸੋਚਣਾ ਬੰਦ ਕਰ ਦਿੰਦਾ ਵਾ। ਜਦੋਂ ਆਪਾਂ ਕੋਈ ਚੀਜ਼ ਲਿਖਦੇ ਪਏ ਆ ਉਦੋਂ ਦਿਮਾਗ ਆਪਣਾ ਸੋਚਣਾ ਸ਼ੁਰੂ ਕਰਦਾ ਵਾ। ਜੇ ਕੋਈ ਚੀਜ਼ ਤੁਹਾਨੂੰ ਬੋਲ ਕੇ ਬੋਲਣ ਦੇ ਟਾਈਮ ਪ੍ਰੋਪਰ ਕਲੀਅਰ ਨਹੀਂ ਹੁੰਦੀ ਪਈਗੀ ਉਹਨੂੰ ਲਿਖ ਕੇ ਪਰਫਾਰਮ ਕਰਨਾ ਸ਼ੁਰੂ ਕਰ ਦਿਓ। ਲਿਖ ਕੇ ਉਹ ਚੀਜ਼ ਜਿਹੜੀ ਹੁੰਦੀ ਆ ਉਹ ਤੁਹਾਨੂੰ ਫਾਇਦਾ ਦੇਣ ਲੱਗ ਪਊਗੀ ਤੁਹਾਡੀ ਇੰਪਰੂਵਮੈਂਟ ਕਰਵਾਉਣ ਲੱਗ ਪਊਗੀ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖੋ ਜੇ ਕਿਸੇ ਬੱਚੇ ਨੂੰ ਸੁਣ ਕੇ ਵੀ 2 3 4 ਵਾਰ ਰਿਪੀਟ ਸੈਂਟੈਂਸ ਜਿਹੜਾ ਵਾ ਉਹ ਪ੍ਰੋਪਰਲੀ ਕੈਚ ਨਹੀਂ ਹੁੰਦਾ ਪਿਆਗਾ ਕਈ ਵਾਰ ਇਦਾਂ ਦੇ 2 3 ਰਿਪੀਟ ਸੈਂਟੈਂਸ ਆ ਜਾਂਦੇ ਆ ਉਹਨੂੰ ਆਪਣੀ ਕਾਪੀ ਤੇ ਨੋਟ ਡਾਊਨ ਕਰ ਲਓ ਦੀ ਆ ਰਿਪੀਟ ਸੈਂਟੈਂਸ ਜਿਹੜਾ ਵਾ ਇਹਨੂੰ ਮੈਂ ਪ੍ਰੈਕਟਿਸ ਕਰਨੀ ਆ ਲਿਖ ਲਿਖ ਕੇ ਕਰਨੀ ਆ ਵੀ ਕੱਲ ਨੂੰ ਕਿਤੇ ਵੀ ਆ ਜੇ ਇਹ ਰਿਪੀਟ ਸੈਂਟੈਂਸ ਦੇ ਵਿੱਚੋਂ ਮੇਰੇ ਮਾਰਕਸ ਜਿਹੜੇ ਆ ਉਹ ਘੱਟ ਨਾ ਹੋਣ। ਸੋ ਆ ਵੇ ਨਾ ਤੁਸੀਂ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰੋ ਸੋ ਡੈਫੀਨਿਟਲੀ ਉਹ ਚ ਨੰਬਰ ਆਉਣਗੇ। ਤੇ ਜਿਹੜੇ ਬੱਚੇ ਕਹਿੰਦੇ ਸੀ ਰਿਪੀਟ ਦੇ ਪਿੱਛੇ ਫਿਲਰ ਐਡ ਕਰਦੇ ਆ ਸਰ ਫਿਲਰ ਨੂੰ ਅਸੀਂ ਬੋਲਦੇ ਆ ਹਰੇਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਮਾੜੀ ਗੱਲ ਆ। ਮੈਂ ਇਹ ਨਹੀਂ ਕਹਿੰਦਾ ਕਿ ਫਿਲਰ ਨੂੰ ਐਡ ਹੀ ਨਾ ਕਰੋ ਬਟ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਉਹ ਬਹੁਤ ਗਲਤ ਗੱਲ ਆ। ਫਿਲਰ ਨੂੰ ਉਦੋਂ ਐਡ ਕੀਤਾ ਜਾਂਦਾ ਵਾ ਵੀ ਜਦੋਂ ਆਪਾਂ ਨੂੰ ਰਿਪੀਟ ਸੈਂਟੈਂਸ ਬਿਲਕੁਲ ਵੀ ਨਹੀਂ ਸੁਣਨਾ। ਮੈਨੂੰ 10 ਰਿਪੀਟ ਸੈਂਟੈਂਸ ਐਗਜ਼ਾਮ ਚ ਆਉਂਦੇ ਪਏ ਆ ਠੀਕ ਆ 10 ਰਿਪੀਟ ਸੈਂਟੈਂਸ ਐਗਜ਼ਾਮ ਚ ਆਉਂਦੇ ਪਏ ਆ ਵਿੱਚੋਂ ਕੋਈ 1 2 ਰਿਪੀਟ ਸੈਂਟੈਂਸ ਇਦਾਂ ਦੇ ਹੋਏ ਜਿਹੜੇ ਬਿਲਕੁਲ ਵੀ ਮੈਨੂੰ ਨਹੀਂ ਸੁਣੇ ਉਹਨਾਂ ਦੇ ਪਿੱਛੇ ਮੈਂ ਫਿਲਰ ਐਡ ਕਰੂੰਗਾ। ਹੁਣ ਜੇ ਮੈਂ ਕਹਾਂ ਮੈਂ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਜਿਹੜਾ ਸੁਣਦਾ ਵੀ ਜਾਂਦਾ ਵਾ ਉਹਦੇ ਪਿੱਛੇ ਵੀ ਫਿਲਰ ਉਹ ਚੀਜ਼ ਮੇਰੀ ਗਲਤੀ ਆ ਉਹ ਚੀਜ਼ ਮੇਰੇ ਐਗਜ਼ਾਮ ਚ ਨੰਬਰ ਕਦੇ ਵੀ ਅਪ ਨਹੀਂ ਆਉਣ ਦਊਗੀ ਹਮੇਸ਼ਾ ਐਗਜ਼ਾਮ ਚ ਸਕੋਰਿੰਗ ਘੱਟ ਹੀ ਆਊਗੀ। ਜਿੰਨੇ ਬੱਚੇ ਮੇਰੇ ਤੋਂ ਕਲਾਸਿਸ ਲੈਂਦੇ ਆ ਉਹਨਾਂ ਚੋਂ ਵੀ ਬਹੁਤ ਬੱਚੇ ਸੀਗੇ ਜਿਹੜੇ ਪਹਿਲਾਂ ਆਲਰੇਡੀ ਫਿਲਰ ਯੂਜ਼ ਕਰਕੇ ਆ ਚੁੱਕੇ ਐਗਜ਼ਾਮ ਦੇ ਵਿੱਚ ਤੇ ਉਹਨਾਂ ਦੀ ਸਕੋਰਿੰਗ ਬਿਲਕੁਲ ਵੀ ਵਧੀਆ ਨਹੀਂ ਆਏਗੀ। ਤਾਂ ਹੀ ਇਹ ਚੀਜ਼ ਤੁਹਾਨੂੰ ਸਮਝਾਉਣਾ ਵਾ ਵੀ ਤੁਸੀਂ ਇਹ ਚੀਜ਼ ਨੂੰ ਨਾ ਐਗਜ਼ਾਮ ਦੇ ਵਿੱਚ ਵਰਤਿਓ। ਫਿਲਰ ਐਡ ਕਰਨਾ ਵਾ ਔਰ ਰਿਪੀਟ ਸੈਂਟੈਂਸ ਦੇ ਵਿੱਚ ਡੈਫੀਨਿਟਲੀ ਕਰੋ ਜਿਹੜਾ ਬਿਲਕੁਲ ਵੀ ਨਹੀਂ ਸੁਣਿਆ। 1 ਨੰਬਰ ਦਾ ਕੰਟੈਂਟ ਸੁਣਦਾ ਪਿਆ ਲੋੜ ਨਹੀਂ ਪਿੱਛੇ ਐਡ ਕਰਨ ਦੀ 2 ਨੰਬਰ ਦਾ ਸੁਣਦਾ ਲੋੜ ਨਹੀਂ ਪਿੱਛੇ ਐਡ ਕਰਨ ਦੀ ਜੇ 0 ਕੰਟੈਂਟ ਸੁਣਿਆ ਵਾ ਫੇਰ ਭਲਾ ਐਡ ਕਰ ਦਿਓ ਐਗਜ਼ਾਮ 'ਚ ਵਧੀਆ ਸਕੋਰ ਆ ਜਾਣਗੇ। ਤੇ ਕੋਈ ਵੀ ਬੱਚਾ ਰਿਪੀਟ ਸੈਂਟੈਂਸ ਨੂੰ 2 ਵਾਰ ਰਿਪੀਟ ਨਾ ਕਰੇ 1 ਵਾਰ ਬੋਲੇ ਕਲੈਰਿਟੀ ਨਾਲ ਬੋਲੇ ਸਕੋਰ ਆ ਜਾਣਗੇ। ਰਿਪੀਟ ਸੈਂਟੈਂਸ ਨੂੰ ਕਲੈਰਿਟੀ ਨਾਲ ਬੋਲੋ ਤੇ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰ ਪ੍ਰਾਪਤ ਕਰੋ। ਅਗਲੀ ਚੀਜ਼ ਆ ਜਾਂਦੀ ਆ ਡਿਸਕ੍ਰਾਈਬ ਇਮੇਜ। ਹੁਣ ਕਾਫੀ ਬੱਚੇ ਨੇ ਇਹ ਚੀਜ਼ ਨੂੰ ਕਨਫਿਊਜ਼ਨ ਰੱਖਦੇ ਵੀ ਡਿਸਕ੍ਰਾਈਬ ਇਮੇਜ ਨੂੰ ਕਿਵੇਂ ਬੋਲੀਏ ਐਪਜੀਨ ਸਾਡੇ ਸਕੋਰ ਨਹੀਂ ਆਉਂਦੇ। ਕਾਫੀ ਬੱਚੇ ਮੈਨੂੰ ਕਹਿੰਦੇ ਹੁੰਦੇ ਵੀ ਤੁਸੀਂ ਇੱਕ ਵਾਰੀ ਡਿਸਕ੍ਰਾਈਬ ਇਮੇਜ ਬੋਲ ਕੇ ਦੱਸ ਦਿਓ ਵੀ ਡਿਸਕ੍ਰਾਈਬ ਇਮੇਜ ਨੂੰ ਕਿਵੇਂ ਬੋਲਿਆ ਜਾ ਸਕਦਾ। ਜਸਟ ਫॉर ਐਗਜ਼ਾਮਪਲ ਮੈਂ ਤੁਹਾਨੂੰ ਇੱਕ ਚੀਜ਼ ਸਿਖਾਉਣਾ ਕਈ ਬੱਚੇ ਨਾ ਸਪੀਡ ਬਹੁਤ ਉਹ ਚੀਜ਼ ਦੇ ਵਿੱਚ ਖਿੱਚਦੇ ਆ। ਹੁਣ ਇਹ ਚੀਜ਼ ਦੇ ਵਿੱਚ ਲੈ ਕੇ ਚਾਹੇ ਡਿਸਕ੍ਰਾਈਬ ਇਮੇਜ ਦੀ ਗੱਲ ਕਰ ਲਾਂ ਚਾਹੇ ਮੈਂ ਰੀਟਲ ਦੀ ਗੱਲ ਕਰ ਲਾਂ ਰੀਟਾ ਲੈਕਚਰ ਦੀ ਕਾਫੀ ਬੱਚੇ ਚੀਜ਼ਾਂ ਦੇ ਵਿੱਚ ਕਹਿੰਦੇ ਨਾ ਕਨਫਿਊਜ਼ਨ ਆ ਟੈਂਪਲੇਟ ਨੂੰ ਲੈ ਕੇ ਕਨਫਿਊਜ਼ਨ ਆ। ਟੈਂਪਲੇਟ ਨੂੰ ਲੈ ਕੇ ਸਾਨੂੰ ਸੈਂਟਰ ਵਾਲੇ ਕਹਿੰਦੇ ਆ ਵੀ ਤੇਰਾ ਟੈਂਪਲੇਟ ਨਹੀਂ ਕੰਮ ਕਰਦਾਗਾ ਤਾਂ ਕਰਕੇ ਤੇਰੇ ਐਗਜ਼ਾਮ 'ਚ ਸਕੋਰ ਨਹੀਂ ਆ ਸਕਦੇ। ਹੁਣ ਤੁਸੀਂ ਇਹ ਚੀਜ਼ ਦੱਸੋ ਵੀ ਸਾਡੇ ਟੈਂਪਲੇਟ ਵਰਕ ਕਰਦੇ ਆ ਕਿਹੜਾ ਟੈਂਪਲੇਟ ਵਰਕ ਕਰਦਾ ਸਾਨੂੰ ਉਹ ਚੀਜ਼ ਪ੍ਰੋਪਰਲੀ ਪ੍ਰੋਵਾਈਡ ਕਰੋ ਤੇ ਫਲੋ ਪ੍ਰੋਨੰਸੀਏਸ਼ਨ ਦੇ ਵਿੱਚ ਸਕੋਰ ਕਿਵੇਂ ਆਉਣਗੇ ਉਹ ਇੱਕ ਪ੍ਰੋਪਰਲੀ ਦੱਸੋ। ਹੁਣ ਸਿੰਪਲ ਜੀ ਗੱਲ ਸਮਝਾਉਣਾ ਜਿਹੜਾ ਬੱਚਾ ਦਾ ਰੀਡ ਅਲਾਊਡ ਦੇ ਵਿੱਚ ਪੌਜ਼ ਆਪਣੇ ਡਿਸਕ੍ਰਾਈਬ ਦੇ ਵਿੱਚ ਪੌਜ਼ ਨਹੀਂ ਲੈਂਦਾ ਪਿਆ ਸੇਮ ਐਜ਼ ਇਟ ਇਜ਼ ਰੀਟਲ ਦੇ ਵਿੱਚ ਪੌਜ਼ ਨਹੀਂ ਲੈਂਦਾ ਪਿਆਗਾ ਉਹ ਬੱਚੇ ਦਾ ਤਾਂ ਡੈਫੀਨਿਟਲੀ ਉਹ ਚੀਜ਼ ਗਲਤ ਆ। ਤੇ 50% ਕੰਟੈਂਟ ਜਿਹੜਾ ਵਾ ਉਹ 50% ਕਵਰ ਕਰਨਾ ਇੰਪੋਰਟੈਂਟ ਆ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ
ਠੀਕ ਹੈ, ਇਹ ਚੀਜ਼ ਨੂੰ ਧਿਆਨ ਚ ਰੱਖਿਓ। 100 ਦੇ ਵਿੱਚੋਂ ਘੱਟ ਤੋਂ ਘੱਟ ਮੇਰਾ 50% ਕੰਟੈਂਟ ਜਿਹੜਾ ਵਾ ਉਹ ਹੋਣਾ ਚਾਹੀਦਾ ਡਿਸਕ੍ਰਾਈਬ ਦੇ ਵਿੱਚ। ਹੁਣ ਕਾਫੀ ਬੱਚੇ ਨਾ ਕੰਟੈਂਟ ਬੋਲਦੇ ਹੀ ਨਹੀਂ, ਕੰਟੈਂਟ ਨੂੰ ਬਹੁਤ ਘੱਟ ਬੋਲਦੇ ਆ, ਕੱਲਾ ਟੈਂਪਲੇਟ ਹੀ ਟੈਂਪਲੇਟ ਰਹਿੰਦਾ ਵਾ। ਇਦਾਂ ਹੀ ਰੀਟੇਲ ਦੇ ਵਿੱਚ ਹੁੰਦਾ, ਕੱਲਾ ਟੈਂਪਲੇਟ ਰਹਿੰਦਾ ਵਾ। ਟੈਂਪਲੇਟ ਦੇ ਨਾਲ 50% ਕੰਟੈਂਟ ਬੋਲਣਾ ਬਹੁਤ ਇੰਪੋਰਟੈਂਟ ਆ। ਜਿਵੇਂ ਜਸਟ ਫॉर ਐਗਜ਼ਾਮਪਲ ਮੈਂ ਹੁਣ ਤੁਹਾਨੂੰ ਬੋਲ ਕੇ ਦੱਸਦਾ ਵਾਂ, ਮੈਨੂੰ ਇੱਕ ਡਿਸਕ੍ਰਾਈਮੇਜ ਆਇਆ, ਡਿਸਕ੍ਰਾਈਮੇਜ ਦੇ ਵਿੱਚ ਉਹਨਾਂ ਨੇ ਜਿਹੜੀ ਸਕੋਰਿੰਗ ਆ ਮੈਨੂੰ 1 ਤੋਂ ਲੈ ਕੇ 10 ਤੱਕ ਸਕੋਰਿੰਗ ਦਿੱਤੀ ਆ। ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ 2001 ਤੋਂ ਲੈ ਕੇ 2010 ਤੱਕ ਇਅਰਸ ਦਿੱਤੇ ਆ। ਉਹਨਾਂ ਨੂੰ ਕਿਵੇਂ ਬੋਲਣਾ, 50% ਕੰਟੈਂਟ ਕਵਰ ਕਰਨਾ ਵਾ। ਜਿਵੇਂ ਜਸਟ ਫॉर ਐਗਜ਼ਾਮਪਲ, the graph gives information about life. I can see some numbers such as a 1 2 3 4 5. I can see some years such as a 2001 2002 2003 2004 2005. One of the word is minimum and other is a maximum. Overall graph is very informative for me. ਸਭ ਤੋਂ ਪਹਿਲੀ ਚੀਜ਼ ਆ, ਉਹਨਾਂ ਨੇ ਮੈਨੂੰ ਦਿੱਤੇ ਸੀ ਨੰਬਰ 1 ਤੋਂ ਲੈ ਕੇ 10 ਤੱਕ। ਮੈਂ ਕੀ ਕੀਤਾ, 50% ਬੋਲੇ 1 ਤੋਂ ਲੈ ਕੇ 5 ਤੱਕ। ਈਅਰ ਦਿੱਤੇ ਸੀ 2001 ਤੋਂ ਲੈ ਕੇ 2010 ਤੱਕ। ਮੈਂ ਕੀ ਕੀਤਾ, ਮੈਂ ਕਿਦੋਂ ਤੱਕ ਬੋਲੇ 2005 ਤੱਕ। ਆ ਚੀਜ਼, ਹੁਣ ਆ ਚੀਜ਼ ਤੁਸੀਂ ਐਗਜ਼ਾਮ ਦੇ ਵਿੱਚ ਪਰਫਾਰਮ ਕਰਨੀ ਆ। ਸਾਰਾ ਕੰਟੈਂਟ ਬੋਲਣ ਦੀ ਲੋੜ ਨਹੀਂ ਆ, ਕੰਟੈਂਟ ਨੂੰ ਬੋਲਣਾ ਵਾ, ਕੰਟੈਂਟ ਨੂੰ 50% ਕੰਟੈਂਟ ਨੂੰ ਬੋਲੋ। ਸੋ ਡੈਫੀਨਿਟਲੀ ਤੁਸੀਂ ਆਪਣੇ ਐਗਜ਼ਾਮ ਦੇ ਵਿੱਚੋਂ ਸਹੀ ਸਕੋਰ ਲੈ ਕੇ ਆਓਗੇ। ਬਟ ਇੱਕ ਚੀਜ਼ ਆ, ਜੇ ਹੁਣ ਡਿਸਕ੍ਰਾਈਮੇਜ ਨੂੰ ਬੋਲਣ ਟਾਈਮ ਤੁਸੀਂ ਤੇਜ਼ੀ ਵਰਤੋਗੇ, ਤੁਸੀਂ ਕਾਹਲੀ ਕਰੋਗੇ, ਅਸੀਂ ਸਪੀਡ ਰੱਖੀਏ, ਤੇਜ਼ੀ ਰੱਖੀਏ, ਜਿੰਨਾ ਤੇਜ਼ ਡਿਸਕ੍ਰਾਈਮੇਜ ਹੋਊਗਾ ਉਨੀ ਸਕੋਰਿੰਗ ਡਾਊਨ ਆਊਗੀ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਉਹ ਇੱਕ ਚੀਜ਼ ਤੁਹਾਡੇ ਤੋਂ ਮੰਗਦੇ ਆ, ਕਲੈਰਿਟੀ। ਚਾਹੇ ਡਿਸਕ੍ਰਾਈਮੇਜ ਦੀ ਗੱਲ ਕਰ ਲਓ, ਚਾਹੇ ਓਵਰਆਲ ਸਾਰੀ ਸਪੀਕਿੰਗ ਦੀ ਗੱਲ ਕਰ ਲਓ। ਮੋਸਟਲੀ ਡਿਸਕ੍ਰਾਈਮੇਜ ਪ੍ਰੋਬਲਮ ਆਉਂਦੀ ਆ, ਤਾਂ ਡਿਸਕ੍ਰਾਈਮੇਜ 'ਚ ਦੱਸਦਾ ਪਿਆ। ਕਲੈਰਿਟੀ ਜਿਹੜੀ ਹੈ ਨਾ, ਉਹ ਫਲੋ ਨਾਲੋਂ ਕਿਤੇ ਜ਼ਿਆਦਾ ਕੰਮ ਕਰਦੀ ਐਗਜ਼ਾਮ ਦੇ ਵਿੱਚ। ਜੇ ਤੁਸੀਂ ਕੱਲਾ ਫਲੋ ਰੱਖੋਗੇ ਉਹ ਸਪੀਕਿੰਗ 'ਚੋਂ ਸਕੋਰ ਦਵਾ ਦੂਗਾ, ਪਰ ਬਾਕੀ ਚੀਜ਼ਾਂ ਦਾ ਕੰਟੈਂਟ ਦੂਜੇ ਪਾਰਟ ਦੇ ਵਿੱਚ ਜਾਂਦਾ। ਕਲੈਰਿਟੀ ਆ, ਪ੍ਰੋਨੰਸੀਏਸ਼ਨ ਆ, ਕਲੈਰਿਟੀ ਆਈ ਤਾਂ ਕੰਟੈਂਟ ਆਇਆ ਤਾਂ ਬਾਕੀ ਮੋਡਿਊਲਸ ਦੇ ਵਿੱਚ ਗਿਆ। ਜੇ ਕੰਟੈਂਟ ਹੀ ਨਹੀਂ ਆ ਰਿਹਾ ਤਾਂ ਕੱਲੀ ਸਪੀਕਿੰਗ 'ਚ ਸਕੋਰ ਆਏ, ਬਾਕੀ ਚੀਜ਼ਾਂ ਦੇ ਸਕੋਰ ਆ ਹੀ ਨਹੀਂ ਰਹੇਗੇ। ਹੁਣ ਆਹ ਚੀਜ਼ ਨੂੰ ਧਿਆਨ 'ਚ ਰੱਖੋ ਵੀ ਡਿਸਕ੍ਰਾਈਬੇਸ਼ਨ ਨੂੰ ਬੋਲਦੇ ਟਾਈਮ ਸਪੀਡ ਨਹੀਂ ਖਿੱਚਣੀ। ਹਰੇਕ ਲਾਈਨ ਤੋਂ ਬਾਅਦ ਪੌਜ਼ ਲਓ, ਮਾਈਨਰ ਜਿਹਾ ਪੌਜ਼ ਲਓ, ਨਿੱਕਾ ਜਿਹਾ ਪੌਜ਼ ਲਓ। ਉਹ ਚੀਜ਼ ਨੂੰ ਕਲੈਰਿਟੀ ਨਾਲ ਬੋਲੋ, ਤੇਜ਼ ਨਹੀਂ ਜਾਣਾ, ਹੌਲੀ ਬੋਲੋ। ਜਿਵੇਂ the graph gives information about dash, pause, ਠੀਕ ਆ। I can see some number, pause. I can see some years, pause. One of the word is minimum, other is maximum, pause. Overall graph is very informative, ਖਤਮ, ਠੀਕ ਆ। ਆਹ ਵੀ ਨਾ ਪਰਫਾਰਮ ਕਰੋ, ਸੋ ਡੈਫੀਨਿਟਲੀ ਤੁਸੀਂ ਉਹ ਚੀਜ਼ ਦੇ ਵਿੱਚੋਂ ਆਪਦੇ ਡਿਜ਼ਾਇਰ ਸਕੋਰ ਪ੍ਰਾਪਤ ਕਰੋਗੇ। ਤੇ ਕਾਫੀ ਬੱਚੇ ਮੈਨੂੰ ਇਹ ਚੀਜ਼ ਪੁੱਛਦੇ ਸੀ ਵੀ ਸਰ ਆਈ ਕੈਨ ਸੀ ਵਾਲਾ ਟੈਂਪਲੇਟ ਜਿਹੜਾ ਐਗਜ਼ਾਮ 'ਚ ਵਰਕ ਕਰਦਾ ਪਿਆ ਵਾ। ਰਾਜੇ ਡੈਫੀਨਿਟਲੀ 101% ਵਰਕ ਕਰਦਾ ਪਿਆ ਵਾ। ਕਾਫੀ ਬੱਚੇ ਮੇਰੇ ਉਹੀ ਟੈਂਪਲੇਟਸ ਦੇ ਨਾਲ 90 ਆਊਟ ਆਫ 90 ਸਪੀਕਿੰਗ 'ਚੋਂ ਲੈ ਕੇ ਆਉਂਦੇ ਪਏ ਆ। ਆਹ ਮੰਥ ਦੇ ਵਿੱਚ ਵੀ 2 ਬੱਚਿਆਂ ਦੇ ਆ ਕੇ 90, ਸੋ ਤੁਸੀਂ ਵੀ ਉਹ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਅਗਲੀ ਚੀਜ਼ ਆ, ਡਿਸਕ੍ਰਾਈਬਨੈਸ ਡੇਲੀ ਦੇ ਕਿੰਨੇ ਕਰਨੇ ਆ? ਡੇਲੀ ਦੇ 4 to 5 ਹਰ ਇੱਕ ਟਾਈਪ ਦੇ 4 ਤੋਂ 5 ਕਰਨੇ ਆ ਹਰ ਇੱਕ ਟਾਈਪ ਦੇ। ਜਿਵੇਂ 4 ਲਾਈਨ ਗ੍ਰਾਫ, 4 ਬਾਰ ਗ੍ਰਾਫ, 4 ਪਾਰ ਚਾਰਟ, 4 ਇਮੇਜ, 4 ਪ੍ਰੋਸੈਸ ਚਾਰਟ, 4 ਸਾਰੇ ਚੀਜ਼ ਦੇ ਕਰਨੇ ਆ। ਜਿੰਨੇ ਵੀ ਹੈਗੇ ਕੰਬੀਨੇਸ਼ਨ ਆ ਗਿਆ, ਟੇਬਲ ਚਾਰਟ ਆ ਗਿਆ, ਮੈਪ ਆ ਗਿਆ, ਹਰੇਕ ਤਰ੍ਹਾਂ ਦੇ ਕਰਨੇ ਆ। ਆਲ ਟਾਈਪਸ 4 ਤੋਂ 5 ਕਰਨੇ ਆ ਡੇਲੀ ਦੇ। ਤੇ ਇਹ ਚੀਜ਼ ਤੁਹਾਨੂੰ ਇੱਕ ਬੈਸਟ ਪਰਫਾਰਮੈਂਸ ਐਗਜ਼ਾਮ ਦੇ ਵਿੱਚ ਦਵਾਉਗੀ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਠੀਕ ਆ ਜੀ। ਹੁਣ ਰੀਡਰ ਲੈਕਚਰ ਜਿਹੜੇ ਆ ਇਹ ਡੇਲੀ ਦੇ ਪਰਫਾਰਮ ਕਰਨੇ ਆ 4 to 5 ਸੇਮ ਡਿਸਕ੍ਰਾਈਬੇਜ ਦੀ ਤਰ੍ਹਾਂ 4 to 5, ਠੀਕ ਆ। ਡਿਸਕ੍ਰਾਈਬੇਜ ਦੀ ਤਰ੍ਹਾਂ ਹੀ ਡੇਲੀ ਪਰਫਾਰਮ ਕਰਨੇ ਆ, ਬਟ ਰੀਟੇਲ ਦੀ ਸਪੀਡ ਹੋਣੀ ਚਾਹੀਦੀ ਆ 1.2 ਦੀ, ਕਿਉਂਕਿ ਐਗਜ਼ਾਮ ਦੇ ਵਿੱਚ ਰੀਟੇਲ ਜਿਹੜਾ ਵਾ ਉਹ 1.2 ਤੇ ਆਉਂਦਾ ਪਿਆ ਵਾ। ਬਟ ਇੱਕ ਚੀਜ਼ ਨੂੰ ਹੋਰ ਧਿਆਨ 'ਚ ਰੱਖਿਓ, ਕਈ ਵਾਰ ਨਾ ਆਪਾਂ ਐਪ ਯੂਨੀ ਤੇ ਪ੍ਰੈਕਟਿਸ ਕਰਦੇ ਆ, ਐਪ ਯੂਨੀ ਤੇ ਰੀਟੇਲ ਦੀ ਰਿਕਾਰਡਿੰਗ ਜਿਹੜੀ 50 ਤੋਂ ਪਲੱਸ ਸੈਕਿੰਡ ਦੀ ਆਉਣ ਲੱਗ ਪੈਂਦੀ ਆ। ਜਿਵੇਂ 1 ਮਿੰਟ ਦੀ, 2 ਮਿੰਟ ਦੀ ਵੀ ਆਉਣ ਲੱਗ ਪੈਂਦੀ ਆ। ਆਪਾਂ ਆਡੀਓ ਜਿਹੜੀ ਆ ਉਹ 40 to 50 ਸੈਕਿੰਡਸ ਤੋਂ ਜ਼ਿਆਦਾ ਨਹੀਂ ਸੁਣਨੀ। 40 to 50 ਸੈਕਿੰਡਸ ਤੋਂ ਜ਼ਿਆਦਾ ਆਡੀਓ ਨਹੀਂ ਸੁਣਨੀ ਰੀਟੇਲ ਦੀ, ਠੀਕ ਹੈ। ਜਾਂ ਤਾਂ ਮਾਈਕ੍ਰੋਫੋਨ ਰਿਮੂਵ ਕਰ ਦਿਆ ਕਰੋ ਤੇ ਜਾਂ ਆਪਦੀ ਆਡੀਓ ਨੂੰ ਸਟਾਪ ਕਰ ਦਿਆ ਕਰੋ। 40 to 50 ਸੈਕਿੰਡਸ ਦੀ ਰਿਕਾਰਡਿੰਗ ਦੇ ਵਿੱਚ ਟਾਰਗੇਟ ਰੱਖਣਾ ਵਾ ਵੀ 20 ਤੋਂ ਪਲੱਸ ਕੀਵਰਡਸ ਹੋਣ, 20 ਤੋਂ ਪਲੱਸ ਮੇਰੇ ਕੀਵਰਡਸ ਹੋਣ, ਠੀਕ ਹੈ। 40 to 50 ਸੈਕਿੰਡਸ ਦੀ ਰਿਕਾਰਡਿੰਗ ਦੇ ਵਿੱਚ ਤੇ 4 ਤੋਂ 5 ਤੁਸੀਂ ਡੇਲੀ ਦੇ ਪਰਫਾਰਮ ਕਰ ਰਹੇ ਆ। ਸੋ ਡੈਫੀਨਿਟਲੀ ਤੁਹਾਨੂੰ ਐਗਜ਼ਾਮ 'ਚ ਡਿਜ਼ਾਇਰ ਸਕੋਰ ਦਵਾਉਣਗੇ। ਪਰਫਾਰਮੈਂਸ ਸੇਮ ਹੀ ਆ, ਠੀਕ ਆ। ਜਿਵੇਂ ਰੀਟੇਲ ਤੁਹਾਨੂੰ ਡਿਸਕ੍ਰਾਈਬਿੰਗ ਸਮਝਾਇਆ ਵਾ, ਹਰੇਕ ਲਾਈਨ ਤੋਂ ਬਾਅਦ ਪੌਜ਼, ਸੇਮ ਐਜ਼ ਇਟ ਇਜ਼ ਇਹ ਚੀਜ਼ ਆ। ਰੀਟੇਲ ਵੀ ਹਰੇਕ ਲਾਈਨ ਤੋਂ ਬਾਅਦ ਪੌਜ਼, ਤੇ ਤੁਸੀਂ ਇਹ ਚੀਜ਼ ਦੇ ਵਿੱਚ ਵੀ ਆਪਦੇ ਸਕੋਰ ਜਿਹੜੇ ਆ ਉਹ ਡਿਜ਼ਾਇਰ ਸਕੋਰ ਪ੍ਰਾਪਤ ਕਰੋਗੇ। ਟੈਂਪਲੇਟ ਦੀ ਸਪੀਡ ਤੇ ਕੰਟੈਂਟ ਦੀ ਸਪੀਡ ਨੂੰ ਮੈਚ ਕਰਨਾ ਸਿੱਖ ਜਾਓ। ਜਦੋਂ ਇਹ ਚੀਜ਼ ਨੂੰ ਮੈਚ ਕਰਨ ਲੱਗ ਪਏ ਸੋ ਸਕੋਰ ਆ। ਜੇ ਟੈਂਪਲੇਟ ਅਪ ਫਿਰਦਾ ਵਾ, ਕੰਟੈਂਟ ਡਾਊਨ ਫਿਰਦਾ ਵਾ, ਮੈਚ ਨਹੀਂ ਹੁੰਦੀਆਂ ਪਈਆਂ ਚੀਜ਼ਾਂ, ਉਹ ਚੀਜ਼ ਸਕੋਰ ਨਹੀਂ ਦਊਗੀ। ਸਪੀਡ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਆ। ਸਕੋਰਿੰਗ ਵੱਲ ਧਿਆਨ ਨਾ ਦਿਓ। ਕੋਈ ਵੀ ਐਪ ਆ, ਮੈਂ ਐਪ ਯੂਨੀ ਪ੍ਰਮੋਟ ਕਰਦਾ, ਮੈਂ ਕਦੇ ਆਪਦੇ ਬੱਚਿਆਂ ਨੂੰ ਨਹੀਂ ਕਹਿੰਦਾ ਤੁਸੀਂ ਐਪ ਯੂਨੀ ਦੀ ਸਕੋਰਿੰਗ ਵੱਲ ਧਿਆਨ ਦਿਓ, ਭਲਾ ਮੈਂ ਖੁਦ ਪ੍ਰਮੋਟ ਕਰਦਾ। ਮੈਂ ਇਹ ਚੀਜ਼ ਕਹਿੰਦਾ ਆਪਦੀ ਆਡੀਓ ਸੁਣੋ, ਜਿੰਨੀ ਸਪੀਕਿੰਗ ਪਰਫਾਰਮ ਕਰਨੀ ਆ ਆਪਦੀ ਆਡੀਓ ਸੁਣੋ ਵਿੱਚ। ਜੇ ਤੁਹਾਨੂੰ ਲੱਗਦਾ ਵੀ ਹਾਂ ਕਲੈਰਿਟੀ ਹੈ, ਉਹ ਚੀਜ਼ ਨੂੰ ਪ੍ਰੋਪਰਲੀ ਪਰਫਾਰਮ ਕਰੋ।
ਜੇ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਵਿੱਚ ਕਲੈਰਿਟੀ ਨਹੀਂ, ਮਿਸਟੇਕਸ ਕਾਫੀ ਆ, ਫਿਰ ਉਹ ਚੀਜ਼ ਨੂੰ ਪਰਫਾਰਮ ਨਾ ਕਰੋ, ਉਹ ਚੀਜ਼ ਨੂੰ ਉੱਥੇ ਛੱਡ ਦਿਓ ਤੇ ਆਪਣੇ ਟੀਚਰ ਨੂੰ ਪੁੱਛੋ ਵੀ ਮੇਰੀ ਕਲੈਰਿਟੀ ਨਹੀਂ ਆਉਂਦੀ ਵੀ ਕਿ ਕੱਲ ਸਕੋਰ ਹੀ ਆਈ ਜਾਂਦੇ ਆ, ਕਲੈਰਿਟੀ ਕਿਵੇਂ ਆਊਗੀ। ਸਕੋਰਿੰਗ ਵੱਲ ਧਿਆਨ ਦੇਊਗਾ ਜਿਹੜਾ ਬੱਚਾ, ਉਹ ਆਪਦੇ ਐਗਜ਼ਾਮ ਦੇ ਵਿੱਚ ਸਕੋਰ ਨਹੀਂ ਲੈ ਕੇ ਆਊਗਾ। ਸਕੋਰਿੰਗ ਨੂੰ ਛੱਡੋ, ਪਰਫਾਰਮੈਂਸ ਵੱਲ, ਆਡੀਓ ਵੱਲ ਧਿਆਨ ਦੇਣਾ ਸ਼ੁਰੂ ਕਰੋ। मैं काफी बच्चों ने एक चीज समझाना हुंदा वा भी स्पीकिंग ਨੂੰ ਬੈਕਬੋਨ ਕਿਉਂ ਕਿਹਾ ਜਾਂਦਾ ਪੀਟੀ ਦੀ। ਸਪੀਕਿੰਗ ਨੂੰ ਤਾਂ ਬੈਕਬੋਨ ਕਿਹਾ ਜਾਂਦਾ ਪੀਟੀ ਦੀ ਕਿਉਂਕਿ ਸਪੀਕਿੰਗ ਜਿਹੜੀ ਪੀਟੀ ਦੀ ਹੁੰਦੀ ਹੈ ਨਾ, ਹਰ ਇੱਕ ਚੀਜ਼ ਦੇ ਸਕੋਰ ਡਿਵਾਈਡ ਹੁੰਦੇ ਆ। ਤੁਸੀਂ ਸੁਣਿਆ ਹੋਊਗਾ ਲਿਸਨਿੰਗ ਨੂੰ ਵੀ ਸਕੋਰ ਜਾਂਦੇ ਪਏ ਆ, ਰਾਈਟਿੰਗ ਨੂੰ ਵੀ ਸਕੋਰ ਜਾਂਦੇ ਪਏ ਆ, ਰੀਡਿੰਗ ਨੂੰ ਵੀ ਕੋਈ ਚੀਜ਼ ਸਕੋਰ ਦਿੰਦੀ ਪਈ ਆ, ਬਟ ਅੱਜ ਤੱਕ ਕਦੇ ਸੁਣਿਆ ਵੀ ਸਪੀਕਿੰਗ ਨੂੰ ਕੋਈ ਚੀਜ਼ ਸਕੋਰ ਦਿੰਦੀ ਹੋਵੇ? ਸਪੀਕਿੰਗ ਨੂੰ ਕੋਈ ਚੀਜ਼ ਸਕੋਰ ਨਹੀਂ ਦਿੰਦੀ। ਔਨ ਦੀ ਸਪੌਟ ਜੇਕਰ ਆਪਾਂ ਸਪੀਕਿੰਗ ਦੇ ਵਿੱਚ ਆਪਣਾ ਫਲੋ ਖਰਾਬ ਕਰ ਦਈਏ, ਆਪਾਂ ਆਪਦੀ ਪ੍ਰੋਨੰਸੀਏਸ਼ਨ ਖਰਾਬ ਕਰ ਦਈਏ, ਕੋਈ ਵੀ ਪਾਰਟ ਆ ਜਿੰਨਾ ਮਰਜ਼ੀ ਇੰਪਰੂਵ ਕਰ ਲਓ, ਫਿਰ ਉਹ ਸਪੀਕਿੰਗ ਨੂੰ ਸਕੋਰ ਨਹੀਂ ਦਊਗਾ। ਤਾਂ ਕਹਿਣਾ ਹੁੰਦਾ ਵਾ ਵੀ ਸਪੀਕਿੰਗ ਨੂੰ ਇੰਪਰੂਵ ਕਰਨ ਵਾਸਤੇ ਸਪੀਕਿੰਗ ਦੇ ਅੰਦਰੋਂ ਸਪੀਕਿੰਗ ਨੂੰ ਸਟਰੋਂਗ ਕਰਨਾ ਬਹੁਤ ਜ਼ਰੂਰੀ ਆ। ਬਾਅਦ ਦੇ ਵਿੱਚ ਤੁਸੀਂ ਜੇ ਸਪੀਕਿੰਗ ਨੂੰ ਖਰਾਬ ਕਰ ਲਿਆ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਸਪੀਕਿੰਗ ਨੇ ਆਪਣੀ ਹੋਣਾ। ਦੈਟਸ ਵਾਈ ਸਪੀਕਿੰਗ ਬਹੁਤ ਇੰਪੋਰਟੈਂਟ ਆ। ਸੋ ਫਲੋ ਐਂਡ ਪ੍ਰੋਨੰਸੀਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਭੱਜੋ ਨਾ ਉਹਦੇ ਚੀਜ਼ ਦੇ ਵਿੱਚ, ਕਲੈਰਿਟੀ ਨੂੰ ਬੂਸਟ ਕਰੋ। ਜਿੰਨੀ ਕਲੈਰਿਟੀ ਆਊਗੀ ਉਨੀ ਚੀਜ਼ ਇੰਪਰੂਵ ਹੋਊਗੀ। ਜੇ ਪ੍ਰੋਨੰਸੀਏਸ਼ਨ ਨੂੰ ਇੰਪਰੂਵ ਕਰਨਾ ਵਾ, ਡੇਲੀ ਲਿਸਨ ਕਰਨਾ ਸਟਾਰਟ ਕਰੋ। ਜਿੰਨਾ ਸੁਣੋਗੇ, ਕਿਉਂਕਿ ਜਦੋਂ ਆਪਾਂ ਕੋਈ ਵਰਡ ਗਲਤ ਬੋਲਦੇ ਪਏ ਆ, ਆਪਾਂ ਨੂੰ ਪਤਾ ਕਿਵੇਂ ਲੱਗੂ ਆਪਾਂ ਗਲਤ ਬੋਲਦੇ ਪਏ ਆ? ਜੇ ਮੈਨੂੰ ਕੋਈ ਫਲਾਣਾ ਬੰਦਾ ਦੱਸੂਗਾ ਵੀ ਆਹ ਚੀਜ਼ ਨੂੰ ਇਦਾਂ ਬੋਲੀਦਾ ਵਾ, ਫਿਰ ਮੈਨੂੰ ਪਤਾ ਲੱਗੂ ਅੱਛਾ ਯਾਰ ਓਕੇ ਮੈਂ ਆਹ ਚੀਜ਼ ਨੂੰ ਗਲਤ ਬੋਲਦਾ ਪਿਆ ਸੀਗਾ, ਇਹ ਚੀਜ਼ ਨੂੰ ਇਦਾਂ ਬੋਲੀਦਾ ਵਾ। ਐਂਡ ਸੈਕਿੰਡ ਚੀਜ਼ ਆ, ਜੇ ਥੋੜਾ ਫਲੋ ਖਰਾਬ ਆ, ਫਲੋ 100 ਚੋਂ 90% ਤਾਂ ਹੀ ਖਰਾਬ ਹੁੰਦਾ ਜੇ ਕੋਈ ਵਰਡ ਪੜ੍ਹਨਾ ਨਹੀਂ ਆਉਂਦਾ। ਇੱਕ ਲਾਈਨ ਦੇ ਵਿੱਚ ਮੈਂ ਵਰਡਸ ਲਿਖਦਾ ਜਿਹੜੇ ਤੁਹਾਨੂੰ ਕਿਸੇ ਨੂੰ ਪੜ੍ਹਨੇ ਨਹੀਂ ਆਉਂਦੇਗੇ, ਉਹ 'ਚ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇੱਕ ਲਾਈਨ ਲਿਖਦਾ ਜਿਹੜੀ ਤੁਸੀਂ ਪ੍ਰੋਪਰਲੀ ਸ਼ੁਰੂ ਤੋਂ ਪੜ੍ਹਦੇ ਹੁੰਦੇ ਪਏ, ਉਹ 'ਚ ਕਿਸੇ ਨੇ ਫਲੋ ਤੋੜਨਾ ਹੀ ਨਹੀਂ। ਕਿਉਂ? ਕਿਉਂਕਿ ਓਬਵੀਅਸਲੀ ਆਪਾਂ ਉਹਦੇ ਨਾਲ ਪ੍ਰੋਪਰਲੀ ਜਿਹੜੇ ਵਰਡਸ ਨਾਲ ਫੈਮਿਲੀਅਰ ਆ, ਆਪਾਂ ਨੂੰ ਪੜ੍ਹਨੇ ਆਉਂਦੇ ਆ। ਦੈਟਸ ਵਾਈ ਆਪਾਂ ਸਾਰੇ ਪੜ੍ਹ ਸਕਦੇ ਆ। ਤਾਂ ਹੀ ਸਮਝਾਉਣਾ ਵਾ ਆਪਦੀ ਪ੍ਰੋਨੰਸੀਏਸ਼ਨ ਨੂੰ ਡੇਲੀ ਬੁੱਕਸ, ਨਿਊਜ਼ਪੇਪਰਸ, YouTube ਤੋਂ ਕਰਨਾ ਸ਼ੁਰੂ ਕਰ ਦਿਓ। ਸੋ ਡੈਫੀਨਿਟਲੀ ਤੁਸੀਂ ਉਹਦੇ ਵਿੱਚੋਂ ਇੱਕ ਨੈਕਸਟ ਲੈਵਲ ਦੀ ਇੰਪਰੂਵਮੈਂਟ ਜਿਹੜੀ ਆ ਉਹ ਲੈ ਕੇ ਆਉਂਗੇ। ਐਂਡ ਅਗਲੀ ਚੀਜ਼ ਆ ਰਾਈਟਿੰਗ ਦੀ ਸਮਰੀ, ਸਮਰਾਈਜ਼ ਰਿਟਨ ਟੈਕਸਟ। ਕਾਫੀ ਬੱਚੇ ਨੇ ਚੀਜ਼ ਦੇ ਵਿੱਚ ਹੁਣ ਇੱਕ ਕਨਫਿਊਜ਼ਨ ਰੱਖਦੇ ਆ ਵੀ ਜਿਹੜੀ ਸਰ ਰਾਈਟਿੰਗ ਦੀ ਸਮਰੀ ਆ, ਰਾਈਟਿੰਗ ਦੀ ਸਮਰੀ ਦੇ ਵਿੱਚ ਹੁਣ ਅਸੀਂ ਕਨੈਕਟਰ ਕਿੱਦਾਂ ਦੇ ਯੂਜ਼ ਕਰੀਏ? ਐਂਡ ਕਰੀਏ, ਬਟ ਕਰੀਏ, ਮੋਰ ਓਵਰ ਕਰੀਏ, ਫਰਦਰ ਮੋਰ ਕਰੀਏ, ਕਿਹੜੇ ਕਨੈਕਟਰ ਯੂਜ਼ ਕਰੀਏ ਜੋ ਸਾਡੇ ਰਾਈਟਿੰਗ ਦੀ ਸਮਰੀ 'ਚ ਨੰਬਰ ਆ ਜਾਣਗੇ? ਇੰਪੋਰਟੈਂਟ ਆ ਚੀਜ਼ ਇਹ ਚੀਜ਼ ਰਾਈਟਿੰਗ ਦੇ ਨਾਲ ਨਾਲ ਤੁਹਾਡੀ ਰੀਡਿੰਗ ਨੂੰ ਵੀ ਸਕੋਰ ਦਿੰਦੀ ਹੈ। ਰਾਈਟਿੰਗ ਪਲੱਸ ਰੀਡਿੰਗ, ਇਹ ਦੋ ਚੀਜ਼ਾਂ ਦੇ ਸਕੋਰ ਹੈ ਚੀਜ਼ ਦੇ ਵਿੱਚ। ਹੁਣ ਜੇ ਤੁਸੀਂ ਇਹਨੂੰ ਇੰਪਰੂਵ ਕਰਨਾ ਵਾ, ਰਾਈਟਿੰਗ ਦੀ ਸਮਰੀ ਨੂੰ ਇੰਪਰੂਵ ਕਰਨਾ ਵਾ, ਰਾਈਟਿੰਗ ਦੀ ਸਮਰੀ ਨੂੰ ਇੰਪਰੂਵ ਕਰਨ ਵਾਸਤੇ ਕੀ ਕਰਨਾ ਪਊਗਾ? ਡੇਲੀ ਦੀਆਂ, ਵੈਸੇ ਮੈਂ ਤਾਂ ਕਹਿੰਦਾ ਹੁੰਦਾ ਵਾ ਵੀ ਘੱਟ ਤੋਂ ਘੱਟ 2 ਤੋਂ 3 ਸਮਰੀਆਂ ਤਾਂ ਕਰਨੀਆਂ ਹੀ ਆ। ਇਹ ਇੰਪੋਰਟੈਂਟ ਆ, ਇਹਨੂੰ ਈਜ਼ੀ ਨਾ ਮੰਨਿਆ ਕਰੋ। ਬੜੇ ਇਹਨੂੰ ਈਜ਼ੀ ਸਮਝਣ ਲੱਗ ਪੈਂਦੇ ਵੀ ਰਾਈਟਿੰਗ ਦੀ ਸਮਰੀ ਆ, ਕੋਈ ਨਹੀਂ ਕਰ ਲਾਂਗੇ, ਈਜ਼ੀ ਜੀ ਆ, ਇਹ ਤਾਂ ਵੇਖ ਕੇ ਲਿਖਣਾ ਵਾ। ਸਿਆਣੇ ਕਹਿੰਦੇ ਆ ਵੀ ਨਕਲ ਦੀ ਅਕਲ ਨਾਲ ਵੱਜਦੀ ਆ, ਨਕਲ ਵੀ ਉਦਾਂ ਨਹੀਂ ਵੱਜਦੀਗੀ। ਨਕਲ ਵੀ ਤੁਸੀਂ ਡਿੱਟੋ ਮਾਰ ਕੇ ਲਿਖਦੇ ਨੇ ਤਾਂ ਵੀ ਗਲਤੀਆਂ ਕਰਨ ਲੱਗ ਪੈਂਦੇ ਆ। ਇਹ ਚੀਜ਼ ਦੇ ਵਿੱਚ ਜੇ ਕੋਈ ਬੱਚਾ ਕਨੈਕਟਰ ਦੇ ਵਿੱਚ ਕਨਫਿਊਜ਼ ਆ, ਤੁਸੀਂ ਐਪ ਯੂਨੀ ਤੋਂ ਪਰਫਾਰਮ ਕਰਦੇ ਆ, ਜੇਕਰ ਐਪ ਯੂਨੀ ਤੁਹਾਨੂੰ 6.5 ਸਕੋਰ ਦੇ ਰਹੀ ਆ ਜਾਂ 7 ਦੇ ਰਹੀ ਆ, ਉਹ ਬੈਸਟ ਆ, ਸਕੋਰਿੰਗ ਬੈਸਟ ਆ ਉਹਦੇ ਵਿੱਚ, ਉਹਨੂੰ ਚੇਂਜ ਕਰਨ ਦੀ ਲੋੜ ਨਹੀਂ ਕਿਉਂਕਿ 6.5 ਤੇ 7 ਸਕੋਰ ਬੈਸਟ ਆ ਜੇ ਐਪ ਯੂਨੀ ਤੁਹਾਨੂੰ ਦਿੰਦੀ ਪਈ ਆ। ਬਟ ਜੇ ਸਕੋਰ ਤੁਹਾਡੇ 6 5 4 ਐਂ ਹੀ ਆਉਂਦੇ ਆ, ਫਿਰ ਉਹ ਚੀਜ਼ ਨੂੰ ਚੇਂਜ ਕਰੋ। ਫਿਰ ਆਪਦੇ ਟੈਂਪਲੇਟ ਨੂੰ ਚੇਂਜ ਕਰੋ। ਜਿਹੜੇ ਕਨੈਕਟਰ ਯੂਜ਼ ਕਰਦੇ ਹੋ ਉਹ ਕਨੈਕਟਰ ਨੂੰ ਚੇਂਜ ਕਰੋ। ਮੈਂ 2 ਕਨੈਕਟਰ ਪ੍ਰੋਵਾਈਡ ਕੀਤੇ ਸੀਗੇ, ਜਿਹੜੇ ਬੱਚੇ ਨੇ ਨਹੀਂ ਦੇਖੇ ਕਨੈਕਟਰ ਤੇ ਪ੍ਰੋਪਰਲੀ ਮੈਂ ਐਸੇ ਦਾ ਟੈਂਪਲੇਟ ਵੀ ਤੇ ਜਿਹੜੇ SWT ਦੇ ਕਨੈਕਟਰਸ ਵੀ ਇੱਕ ਪ੍ਰੋਪਰਲੀ ਵੀਡੀਓ ਪਾਈ ਵੀ ਆ ਬਣਾ ਕੇ ਸਾਰੀ, ਉਹ ਤੁਸੀਂ ਜਾ ਕੇ ਦੇਖੋ। ਠੀਕ ਹੈ, ਗੁਰਵਿੰਦਰ ਪੀਟੀ ਦੇ ਚੈਨਲ ਤੇ ਸਰਚ ਮਾਰ ਲਓ, ਰਾਈਟਿੰਗ ਟੈਂਪਲੇਟਸ ਉੱਪਰ ਹੀ ਆ ਜਾਣਗੇ। ਤੇ ਇੱਕ ਤੁਹਾਨੂੰ ਹੋਰ ਚੀਜ਼ ਸਮਝਾਦਾ, ਰਾਈਟਿੰਗ ਦੀ ਸਮਰੀ ਦੇ ਵਿੱਚ ਕਦੇ ਵਾਸਤੇ ਵੀ ਜਿਹੜੇ ਆ, ਜੇ ਤੁਸੀਂ ਕਹਿੰਦੇ ਹੋ ਬ੍ਰੈਕਟ ਵਾਲੀ ਚੀਜ਼ ਆ ਉਹਨੂੰ ਯੂਜ਼ ਨਾ ਕਰੋ। ਕਦੇ ਈਅਰਸ ਆ ਗਏ ਤੁਹਾਨੂੰ 1972 ਉਹਨੂੰ ਯੂਜ਼ ਨਾ ਕਰੋ। ਕਦੇ ਪਰਸੈਂਟੇਜ ਆ ਗਈ ਉਹਨੂੰ ਯੂਜ਼ ਨਾ ਕਰੋ। ਇਦਾਂ ਦੀਆਂ ਚੀਜ਼ਾਂ ਨੂੰ ਕਦੇ ਯੂਜ਼ ਨਹੀਂ ਕਰਨਾ ਚਾਹੀਦਾ। ਚਾਹੇ ਸ਼ਾਰਟ ਫਾਰਮ ਆ ਗਈ, ਜਿਵੇਂ US ਲਿਖਿਆ ਆ ਗਿਆ, ਇਦਾਂ ਦੀਆਂ ਚੀਜ਼ਾਂ ਨੂੰ ਯੂਜ਼ ਬਿਲਕੁਲ ਨਹੀਂ ਕਰਨਾ ਚਾਹੀਦਾਗਾ। ਅਕਸਰ ਬੱਚੇ ਚੀਜ਼ਾਂ ਨੂੰ ਯੂਜ਼ ਕਰਕੇ ਸਮਰੀ ਦੇ ਵਿੱਚ ਸਕੋਰ ਜਿਹੜੇ ਆ ਉਹ ਘਟਾਉਂਦੇ ਆ। ਤੁਸੀਂ ਸਮਰੀ ਦੇ ਵਿੱਚ ਸਿਰਫ 2 ਚੀਜ਼ਾਂ ਯੂਜ਼ ਕਰ ਸਕਦੇ ਆ। ਸਭ ਤੋਂ ਪਹਿਲੀ ਚੀਜ਼ ਆ, ਜੇ ਤਾਂ ਤੁਹਾਨੂੰ ਕੋਈ ਕੋਮੇ ਆਉਂਦੇ ਪਏ ਆ, ਕਈ ਬੱਚੇ ਕਹਿੰਦੇ ਵੀ ਕੋਮੇ ਵਾਲੀਆਂ ਲਾਈਨਾਂ ਅਸੀਂ ਲਿਖ ਸਕਦੇ ਆ, ਕੋਈ ਲਾਈਨ ਅੱਗੇ ਵਿੱਚ ਕੋਮੇ ਆ, ਠੀਕ ਆ, 2-3 ਕੋਮੇ ਆ ਗਏ, ਉਹ ਕੋਮੇ ਵਾਲੀ ਲਾਈਨ ਅਸੀਂ ਚੱਕ ਸਕਦੇ ਆ? ਡੈਫੀਨਿਟਲੀ ਚੱਕ ਸਕਦੇ ਹੋ। ਕੋਮੇ ਵਾਲੀ ਲਾਈਨ ਦਾ ਕੋਈ ਮਸਲਾ ਨਹੀਂਗਾ। ਕੋਮੇ ਵਾਲੀ ਲਾਈਨ ਬਹੁਤ ਬੱਚੇ ਐਗਜ਼ਾਮ 'ਚ ਲਿਖਦੇ ਆ, ਇੱਥੋਂ ਤੱਕ ਕਿ ਜਦੋਂ ਮੈਂ ਰੀਸੈਂਟਲੀ ਐਗਜ਼ਾਮ ਦਿੱਤਾ ਸੀ, ਰਾਈਟਿੰਗ 'ਚ 90 ਆਏ ਆ, ਮੈਂ ਖੁਦ ਕੋਮੇ ਯੂਜ਼ ਕੀਤੇ ਆ, ਤਾਂ ਡੈਫੀਨਿਟਲੀ ਸਕੋਰ ਆਏ ਆ। ਸੋ ਬੇਫਿਕਰ ਹੋ ਜਾ ਕਰੋ, ਕੋਮੇ ਵਾਲੀ ਲਾਈਨ ਵੀ ਚੱਕ ਸਕਦੇ ਹੋ। ਇੱਕ ਹਾਈਫਨ ਹੁੰਦਾ ਵਾ ਜਿਹੜਾ 2 ਵਰਡਸ ਨੂੰ ਆਪਸ ਵਿੱਚ ਇੱਕ ਤਾਂ ਲੰਬੀ ਸਲੈਸ਼ ਹੁੰਦੀ ਆ, ਜਿਹੜੀ 2 ਵਰਡਸ ਨੂੰ ਆਪਸ ਵਿੱਚ ਜੋੜਦੀ ਹੋਵੇ। ਇੱਕ ਨਿੱਕੀ ਸਲੈਸ਼ ਹੁੰਦੀ ਆ ਜਿਹੜੀ 2 ਵਰਡਸ ਨੂੰ ਆਪਸ ਵਿੱਚ ਜੋੜਦੀ ਆ। ਉਹ ਨਿੱਕੀ ਸਲੈਸ਼ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਉਦਾਂ ਦੇ ਵਰਡਸ ਨੂੰ ਯੂਜ਼ ਕਰ ਸਕਦੇ ਹੋ। ਉਹ ਵੀ ਤੁਹਾਡੇ ਜਿਹੜੇ ਆ ਉਹ ਨੀਚੇ ਤੁਸੀਂ ਲਿਖ ਕੇ ਉਹਦੇ ਵੀ ਮਾਰਕਸ ਨਹੀਂ ਕੱਟਣਗੇ। ਆ 2 ਚੀਜ਼ਾਂ ਨੂੰ ਯੂਜ਼ ਕਰੋ। ਆ 2 ਚੀਜ਼ਾਂ ਤੁਹਾਡੇ ਕਦੇ ਵਾਸਤੇ ਵੀ ਨੰਬਰ ਨਹੀਂ ਕਟਾਉਣਗੀਆਂ। ਇਹਨਾਂ ਲਾਈਨਾਂ ਨੂੰ ਚੱਕ ਕੇ ਤੁਸੀਂ ਨੀਚੇ ਲਿਖ ਸਕਦੇ ਹੋ। ਤੇ ਵਰਡ ਲਿਮਿਟ ਇਹਦੀ ਜਿਹੜੀ ਆ ਉਹ 50 to 70 ਦੀ ਹੋਣੀ ਚਾਹੀਦੀ ਆ।
ਇਹ ਚੀਜ਼ ਨੂੰ ਧਿਆਨ ਚ ਰੱਖਿਓ। ਸੋ ਡੈਫੀਨਿਟਲੀ ਤੁਹਾਨੂੰ ਇਹ ਸਕੋਰਿੰਗ ਵਧੀਆ ਦਿਵਾਉਣਗੇ। ਤੇ ਰੀਡਿੰਗ ਨੂੰ ਇਹਦੇ ਸਕੋਰ ਸਿਰਫ ਕੰਟੈਂਟ ਤੇ ਜਾਂਦੇ ਆ, ਕੰਟੈਂਟ ਦੇ 2 ਨੰਬਰ ਹੁੰਦੇ ਆ ਰਾਈਟਿੰਗ ਦੀ ਸਮਰੀ ਦੇ, ਤੇ 2 ਨੰਬਰ ਹੀ ਜਿਹੜੇ ਆ ਉਹ ਤੁਹਾਡੀ ਜਿਹੜੇ ਰੀਡਿੰਗ ਦੇ ਵਿੱਚ ਜਾਂਦੇ ਆ। ਸੋ ਇੰਪੋਰਟੈਂਟ ਚੀਜ਼ ਆ, ਐਗਜ਼ਾਮ ਦੇ ਵਿੱਚ ਤੁਹਾਨੂੰ 1 ਵੀ ਆ ਸਕਦੀ ਹੈ, 3 ਵੀ ਆ ਸਕਦੀਆਂ ਨੇ। ਸੋ ਇਹ ਚੀਜ਼ ਦੀ ਪ੍ਰੈਕਟਿਸ ਦੱਬ ਕੇ ਕਰਨੀ ਸ਼ੁਰੂ ਕਰ ਦਿਓ, ਜਿੰਨੇ ਬੱਚਿਆਂ ਨੂੰ ਵੀ ਲੱਗਦਾ ਵੀ ਸਾਡੇ ਸਕੋਰਿੰਗ ਡਾਊਨ ਹੁੰਦੀ ਪਈ ਆ। ਸੋ ਇਹ ਚੀਜ਼ ਦੀ ਜਿੰਨੀ ਪ੍ਰੈਕਟਿਸ ਹੋਊਗੀ ਉਨੀ ਤੁਹਾਡੀ ਇੰਪਰੂਵਮੈਂਟ ਹੋਊਗੀ। ਡੇਲੀ ਦੀਆਂ 2 ਤੋਂ 3 ਪਰਫਾਰਮ ਕਰਨੀਆਂ ਜ਼ਰੂਰੀ ਆ। ਇਹ ਐਪ ਯੂਨੀ ਤੇ ਪਰਫਾਰਮ ਕਰ ਲਿਆ ਕਰੋ, ਕਿਉਂਕਿ ਕਾਫੀ ਬੱਚੇ ਕਹਿੰਦੇ ਆ ਵੀ ਐਪ ਯੂਨੀ ਤੋਂ ਰਿਪੀਟ ਆ ਜਾਂਦੀਆਂ ਇਹ, ਕਿਉਂਕਿ ਜਿੰਨੇ ਬੱਚੇ ਮੇਰੇ ਤੋਂ ਪੜ੍ਹੇ ਆ, ਜਿਨ੍ਹਾਂ ਨੇ ਟੈਸਟ ਦਿੱਤੇ ਆ, ਉਹਨਾਂ ਨੇ ਮੈਨੂੰ ਕਾਫੀ ਵਾਰ ਕਿਹਾ ਵੀ ਸਰ ਸਾਨੂੰ ਰਿਪੀਟ ਹੋ ਜਾਂਦੀ ਇਹ। ਸੋ ਤਾਂ ਤੁਹਾਨੂੰ ਦੱਸਦਾ ਪਿਆ ਵਾਂ, ਕਿਉਂਕਿ ਕਾਫੀ ਬੱਚਿਆਂ ਨੂੰ ਰਿਪੀਟ ਹੋਈ ਆ। ਸੋ ਦੈਟਸ ਵਾਈ ਤੁਹਾਨੂੰ ਦੱਸੀ ਇਹ ਚੀਜ਼ ਮੈਂ। ਐਂਡ ਐਸੇ ਜਿਹੜਾ ਵਾ ਰਾਈਟਿੰਗ ਦਾ, ਰਾਈਟਿੰਗ ਦੇ ਐਸੇ ਦੇ ਵਿੱਚ ਨਾ ਕਾਫੀ ਬੱਚਿਆਂ ਨੇ ਕਨਫਿਊਜ਼ਨ ਰੱਖੀ ਜਾਂਦੇ ਆ ਵੀ ਜੇ ਇੱਕ ਐਸੇ ਐਗਜ਼ਾਮ ਚ ਆਈ ਜਾਂਦਾ ਸਰ, ਇੱਕ ਐਸੇ ਦੇ ਵਿੱਚ ਅਸੀਂ ਤਾਂ ਉਹ ਟੈਂਪਲੇਟ ਲਿਖ ਦਾਂਗੇ, ਬਟ ਜੇ 2 ਐਸੇ ਆ ਗਏ, 2 ਐਸਿਆਂ ਦੇ ਵਿੱਚ ਸੇਮ ਟੈਂਪਲੇਟ ਯੂਜ਼ ਕੀਤਾ ਜਾ ਸਕਦਾ ਵਾ? ਬਿਲਕੁਲ ਕੀਤਾ ਜਾ ਸਕਦਾ ਵਾ, ਕਿਉਂਕਿ ਟੈਂਪਲੇਟ ਦਾ ਕੋਈ ਰੋਲ ਨਹੀਂ ਆ। ਜਿੰਨੇ ਬੱਚੇ ਮੈਨੂੰ ਪੁੱਛਦੇ ਹੁੰਦੇ ਆ ਨਾ, ਆਹ ਟੈਂਪਲੇਟ ਵਰਕ ਕਰਦਾ, ਆਹ ਟੈਂਪਲੇਟ ਵਰਕ ਕਰਦਾ, ਆਹ ਟੈਂਪਲੇਟ ਵਰਕ ਕਰਦਾ, ਇੱਕ ਚੀਜ਼ ਦੱਸ ਦਿੰਦਾ ਵਾ, ਸਾਰੇ ਹੀ ਟੈਂਪਲੇਟ ਵਰਕ ਕਰਦੇ ਆ। ਇੱਕ ਚੀਜ਼ ਤੁਹਾਨੂੰ ਸਿੰਪਲ ਸਮਝਾਦਾ, ਕਾਰਨ ਕੀ ਆ ਵੀ ਇਹ ਰਿਊਮਰ ਕਿਉਂ ਫੈਲਦੇ ਪਏ ਆ। ਮੇਨ ਚੀਜ਼ ਪੀਅਰ ਸੰਧਣਾ ਨੇ ਇੱਕ ਚੀਜ਼ ਕਹੀ ਸੀ ਵੀ ਕੰਟੈਂਟ ਜਿਹੜਾ ਐਸੇ ਦਾ ਹੁੰਦਾ ਨਾ, ਉਹ 3 ਨੰਬਰ ਦਾ ਹੁੰਦਾ। 3 ਨੰਬਰ ਦਾ ਐਸੇ ਦਾ ਕੰਟੈਂਟ ਆ। ਜੇਕਰ ਤੁਹਾਡਾ ਐਸੇ ਦਾ ਕੰਟੈਂਟ 0 ਆ, ਜੇਕਰ ਤੁਹਾਡਾ ਐਸੇ ਦਾ ਕੰਟੈਂਟ 0 ਆ, ਤੇ ਟੈਕਨੀਕਲੀ ਤੌਰ ਤੇ ਜਿਹੜਾ ਸਾਰਾ ਐਸੇ ਆ ਉਹਦੇ ਸਕੋਰ ਜਿਹੜੇ ਆ ਉਹ 0 ਆ। ਇੱਕ ਵੀ ਸਕੋਰ ਐਸੇ ਦਾ ਨਹੀਂ ਆਉਣਾ। ਇਹ ਸਪੈਸ਼ਲੀ ਪੀਅਰਸਨ ਨੇ ਆਪਣੀ ਅਫੀਸ਼ੀਅਲ ਸਾਈਟ ਤੇ ਵੀ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ ਨੇ। ਜੇ ਕੰਟੈਂਟ ਚੋਂ ਸਕੋਰ 0 ਤਾਂ ਓਵਰਆਲ ਸਕੋਰ ਐਸੇ ਦੇ ਵਿੱਚੋਂ 0। ਤੁਸੀਂ ਜਿੰਨਾ ਮਰਜ਼ੀ ਐਸੇ ਲਿਖ ਲਓ, ਜਿਹੜਾ ਮਰਜ਼ੀ ਐਸੇ ਲਿਖ ਲਓ, ਉਹਦਾ ਕੰਟੈਂਟ ਨਹੀਂ ਵਧੀਆਗਾ, ਓਵਰਆਲ ਐਸੇ ਚੋਂ ਸਕੋਰ 0 ਹੀ ਮਿਲਣਾ ਤੁਹਾਨੂੰ। ਹੁਣ ਬਹੁਤ ਬੱਚੇ ਮੈਨੂੰ ਇਹ ਚੀਜ਼ ਪੁੱਛ ਲੈਂਦੇ ਹੁੰਦੇ ਆ ਵੀ ਕੰਟੈਂਟ ਨੂੰ ਕਿਵੇਂ ਲਿਖੀਏ, ਕਿੱਦਾਂ ਦਾ ਕੰਟੈਂਟ ਲਿਖਣਾ ਚਾਹੀਦਾ ਵਾ। ਜੇਕਰ ਸਟੇਟਮੈਂਟ ਜਿਹੜੀ ਉੱਪਰ ਰਾਈਟਿੰਗ ਦੀ ਦਿੱਤੀ ਆ, ਜੇਕਰ ਰਾਈਟਿੰਗ ਦੀ ਸਟੇਟਮੈਂਟ ਜਿਹੜੀ ਤੁਹਾਨੂੰ ਦਿੱਤੀ ਗਈ ਆ, ਉਹ ਸਟੇਟਮੈਂਟ ਤੁਹਾਨੂੰ ਵੱਡੀ ਆਉਂਦੀ ਪਈ ਆ, ਲੈਂਥੀ ਆਉਂਦੀ ਪਈ ਆ, ਘੱਟ ਤੋਂ ਘੱਟ 2 ਲਾਈਨਾਂ ਦੀ ਸਟੇਟਮੈਂਟ ਆਉਂਦੀ ਪਈ ਆ, ਤੁਸੀਂ ਸਟੇਟਮੈਂਟ ਨੂੰ ਮੋਲਡ ਕਰਕੇ ਵਿੱਚ ਲਿਖ ਸਕਦੇ ਹੋ, ਉਹਦੇ ਪੈਰਾਗ੍ਰਾਫ ਦੇ ਵਿੱਚ ਯੂਜ਼ ਕਰ ਸਕਦੇ ਹੋ। ਬਟ ਜੇ ਸਟੇਟਮੈਂਟ ਤੁਹਾਨੂੰ ਸ਼ਾਰਟ ਦਿੱਤੀ ਗਈ ਆ, ਕਾਫੀ ਸ਼ਾਰਟ ਹੀ ਦਿੱਤੀ ਗਈ ਆ, ਫਿਰ ਤੁਸੀਂ ਸਟੇਟਮੈਂਟ ਦੇ ਨਾਲ, ਜਿਵੇਂ ਜਸਟ ਫॉर ਐਗਜ਼ਾਮਪਲ ਤੁਹਾਡੇ ਕੋਲ 3 ਤੋਂ 4 ਪੈਰਾਗ੍ਰਾਫਸ ਨੇ, ਤੁਸੀਂ 2 ਜਾਂ 3 ਪੈਰਾਗ੍ਰਾਫ ਦੇ ਵਿੱਚ ਆਪਦੇ ਉਹ ਸਟੇਟਮੈਂਟ ਲਿਖੋ, ਤੇ ਇੱਕ ਅੱਧੇ ਪੈਰਾਗ੍ਰਾਫ ਦੇ ਵਿੱਚ ਆਪਣੇ ਨੂੰ ਤੁਸੀਂ ਕੀਵਰਡਸ ਜ਼ਰੂਰ ਲਿਖਣੇ ਆ। ਹੁਣ ਬੱਚੇ ਕਹਿੰਦੇ ਆ ਸਰ ਆਪਣੇ ਲੋ ਕੀਵਰਡਸ ਕਿੱਦਾਂ ਲਿਖੀਏ, ਲਾਈਨਾਂ ਲਿਖੀਏ, ਕੀਵਰਡਸ ਲਿਖੀਏ, ਲਾਈਨਾਂ ਨਹੀਂ ਲਿਖਣੀਆਂ। ਮੈਂ ਫਰੇਜ਼ਸ ਨੂੰ ਅਵੋਇਡ ਕਰਦਾ ਵਾਂ, ਮੈਂ ਕੀਵਰਡਸ ਬੱਚਿਆਂ ਨੂੰ ਕਹਿੰਦਾ ਵੀ ਆਪਦੇ ਲੋ ਕੀਵਰਡਸ ਐਸੇ ਦੇ ਵਿੱਚ ਲਿਖੋ। ਕਿਵੇਂ ਲਿਖੋ? ਜਿਵੇਂ ਜਸਟ ਫॉर ਐਗਜ਼ਾਮਪਲ ਦਵਾਂ ਤਾਂ ਗਲੋਬਲ ਵਾਰਮਿੰਗ ਤੇ ਤੁਹਾਨੂੰ ਐਸੇ ਆ ਗਿਆ, ਗਲੋਬਲ ਵਾਰਮਿੰਗ ਤੇ ਐਸੇ ਆਇਆ, ਗਲੋਬਲ ਵਾਰਮਿੰਗ ਤੇ ਕਿਦਾਂ ਦੇ ਟੌਪਿਕਸ ਬਣਨਗੇ ਵੀ ਗਲੋਬਲ ਵਾਰਮਿੰਗ ਕਾਹਦੇ ਨਾਲ ਹੁੰਦੀ ਪਈ ਆ। ਆਪਸ਼ਨਸ ਆਉਣਗੀਆਂ ਫੈਕਟਰੀਜ਼, ਕਾਰਸ, ਬਾਈਕਸ, ਪੋਲੀਥਿੰਗਸ, ਆ ਕੀਵਰਡਸ ਬਣ ਜਾਣਗੇ। 4 ਤੋਂ 5 ਕੀਵਰਡਸ ਉਹਦੇ ਵਿੱਚ ਲਿਖੋ ਕੋਮੇ ਪਾ ਕੇ। ਸੋ ਡੈਫੀਨਿਟਲੀ ਤੁਹਾਡੇ ਡਿਜ਼ਾਇਰ ਸਕੋਰ ਉਹ ਚੀਜ਼ ਦੇ ਵਿੱਚ ਆਉਣਗੇ। ਬਸ ਆਪਦੇ ਲਈ ਇਦਾਂ ਤੁਸੀਂ ਜਿਹੜੇ ਕੀਵਰਡਸ ਆ ਉਹ ਜਨਰੇਟ ਕਰਨੇ ਦੇ ਵਿੱਚ ਲਿਖਣੇ ਆ। 15 ਆਊਟ ਆਫ 15 ਤੁਸੀਂ ਐਗਜ਼ਾਮ ਦੇ ਵਿੱਚੋਂ ਜਿਹੜਾ ਟੈਂਪਲੇਟ ਵੀ ਯੂਜ਼ ਕਰਦੇ ਆ ਉਹਦੇ ਵਿੱਚੋਂ ਲੈ ਕੇ ਆਉਂਗੇ। ਸੋ ਇਹ ਚੀਜ਼ ਨੂੰ ਕਨਫਿਊਜ਼ਨ ਨੂੰ ਹੁਣ ਕੱਢ ਦੋ ਮਨ ਦੇ ਵਿੱਚੋਂ। ਜਿਹੜਾ ਬੱਚਾ ਟੈਂਪਲੇਟ ਦੀ ਕਨਫਿਊਜ਼ਨ ਰੱਖਦਾ ਵਾ, ਸਾਰੇ ਟੈਂਪਲੇਟ ਵਰਕ ਕਰਦੇ ਪਏ ਆ, ਉਹ ਬੇਫਿਕਰ ਹੋੜੋ ਚੀਜ਼ ਨੂੰ ਲੈ ਕੇ। ਹੁਣ ਮੇਨ ਚੀਜ਼ ਇੱਕ ਚੀਜ਼ ਨੂੰ ਧਿਆਨ 'ਚ ਰੱਖੋ, ਟੈਂਪਲੇਟ ਜਿਹੜਾ ਵੀ ਫੋਲੋ ਕਰਨਾ ਵਾ ਉਹਨੂੰ ਪ੍ਰੋਪਰਲੀ ਯਾਦ ਕਰਕੇ ਰੱਖੋ। ਇਹ ਚੀਜ਼ ਦੀ ਕਨਫਿਊਜ਼ਨ 'ਚ ਨਾ ਰਹੋ ਵੀ ਆਹ ਟੈਂਪਲੇਟ ਕਰਨਾ, ਉਹ ਟੈਂਪਲੇਟ ਕਰਨਾ। ਠੀਕ ਆ ਜੀ। ਤੇ ਐਸੇ ਜਿਹੜੇ ਹੁੰਦੇ ਆ ਨਾ, ਐਸੇ ਨੂੰ ਵੈਸੇ ਤਾਂ ਮੈਂ ਕਹਿੰਦਾ ਹੁੰਦਾ ਵੀ ਐਸੇ ਦੀ ਸਟੇਟਮੈਂਟ ਜਿਹੜੀ ਆ, ਐਸੇ ਪਰਫਾਰਮ ਪਹਿਲਾਂ ਡੇਲੀ ਦੇ 1-2 ਹੀ ਕਰੋ, ਪਰ ਐਸੇ ਦੀਆਂ ਸਟੇਟਮੈਂਟ ਜਿਹੜੀਆਂ ਨੇ ਨਾ, ਚਾਹੇ ਐਪ ਯੂਨੀ ਤੋਂ ਕਿਤੋਂ ਵੀ ਆ, ਡੇਲੀ ਦੀਆਂ 5 ਤੋਂ 6 ਸਟੇਟਮੈਂਟ ਦੇ ਕੀਵਰਡ ਜ਼ਰੂਰ ਫਾਈਂਡ ਕਰਿਆ ਕਰੋ। ਵੀ ਡੇਲੀ ਦੀਆਂ 5-6 ਸਟੇਟਮੈਂਟ ਕੱਢੀਆਂ, ਠੀਕ ਹੈ। ਜੇ ਤੁਹਾਨੂੰ ਕੀਵਰਡ ਪਤਾ ਤਾਂ ਵੈਰੀ ਗੁੱਡ ਆ, ਜੇ ਨਹੀਂ ਪਤਾ ਤਾਂ ਗੂਗਲ ਤੋਂ ਸਰਚ ਮਾਰ ਕੇ ਲਿਖੋ ਵੀ ਇਹਦੇ ਕੀਵਰਡਸ ਕੀ ਹੋ ਸਕਦੇ, ਇਹਦੇ ਕੀਵਰਡਸ ਕੀ ਹੋ ਸਕਦੇ ਆ। ਉਹ ਡੇਲੀ ਕੀਵਰਡਸ ਨੂੰ ਯਾਦ ਕਰਿਆ ਕਰੋ 5 ਤੋਂ 6 ਐਸੇ ਦੇ ਟੌਪਿਕਸ ਤੇ। ਸੋ ਤੁਹਾਨੂੰ ਬਹੁਤ ਐਗਜ਼ਾਮ ਦੇ ਵਿੱਚ ਫਾਇਦਾ ਕਰਵਾਉਣਗੇ। ਅਗਲੀ ਚੀਜ਼ ਆ ਜਾਂਦੀ ਆ ਰੀਆਰਡਰ ਪੈਰਾਗ੍ਰਾਫ। ਰੀਆਰਡਰ ਪੈਰਾਗ੍ਰਾਫ ਦੇ ਵਿੱਚ ਹੁਣ ਕਾਫੀ ਕਨਫਿਊਜ਼ਨ ਬੱਚਿਆਂ ਨੂੰ ਆ ਵੀ ਅਸੀਂ ਰੀਆਰਡਰ ਪੈਰਾਗ੍ਰਾਫ ਨੂੰ ਕਿਵੇਂ ਸੋਲਵ ਕਰੀਏ, ਰੀਆਰਡਰ ਪੈਰਾਗ੍ਰਾਫ ਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ ਵਾ। ਕਾਫੀ ਉਹਦੇ ਵਿੱਚੋਂ ਡਾਊਟ ਆ, ਕਾਫੀ ਕੁਐਸਚਨ ਆ ਕਿ ਰੀਆਰਡਰ ਨੂੰ ਅਸੀਂ ਦਿਨਾਂ ਦੇ ਵਿੱਚ ਕਿਵੇਂ ਇੰਪਰੂਵ ਕਰ ਸਕਦੇ ਆ। ਮੈਂ ਉਹਦੇ ਨਾਲ ਇੱਕ ਐਗਜ਼ਾਮਪਲ ਦਿੱਤੀ ਸੀਗੀ ਰੀਆਰਡਰ ਨੂੰ ਲੈ ਕੇ। ਮੈਂ ਕਿਹਾ ਵੀ ਹੁਣ ਸਭ ਤੋਂ ਪਹਿਲਾਂ ਬੱਚਿਆਂ ਨੂੰ ਰੀਆਰਡਰ ਦੀ ਨੰਬਰਿੰਗ ਦਾ ਨਹੀਂ ਪਤਾ, ਨੰਬਰਿੰਗ ਕਿਵੇਂ ਹੁੰਦੀ, ਮਾਰਕਿੰਗ ਕਿਵੇਂ ਹੁੰਦੀ ਆ। ਜਿਵੇਂ ਰੀਆਰਡਰ ਦੀਆਂ ਤੁਹਾਨੂੰ ਲਾਈਨਾਂ ਆ ਗਈਆਂ A, B, C, D ਐਂਡ E, ਠੀਕ ਹੈ ਜੀ। ਆ ਤੁਹਾਨੂੰ 5 ਲਾਈਨਾਂ ਰੀਆਰਡਰ ਪੈਰਾਗ੍ਰਾਫ ਤੇ ਦਿੱਤੀਆਂ ਗਈਆਂ ਵਾ, ਠੀਕ ਹੈ। ਇਹ 5 ਲਾਈਨਾਂ ਨੇ। ਹੁਣ ਇਹਦੀ ਮਾਰਕਿੰਗ ਕਿਵੇਂ ਹੋਊਗੀ, ਨੰਬਰਿੰਗ ਕਿਵੇਂ ਹੋਊਗੀ। ਸਭ ਤੋਂ ਪਹਿਲੀ ਚੀਜ਼ ਆ 1 ਨੰਬਰ, 2 ਨੰਬਰ, 3 ਨੰਬਰ, 4 ਨੰਬਰ। ਆ ਵੇ ਦੇ ਨਾਲ ਜਿਹੜੀ ਆ ਰੀਆਰਡਰ ਦੀ ਮਾਰਕਿੰਗ ਹੁੰਦੀ ਆ, ਠੀਕ ਆ ਜੀ। ਸੋ ਇਹ ਵੇ ਨਾਲ ਤੁਸੀਂ ਉਹ ਚੀਜ਼ ਦੇ ਵਿੱਚੋਂ ਜਿਹੜੇ ਆ ਪ੍ਰੋਪਰਲੀ ਸਕੋਰ ਜਿਹੜੇ ਆ ਜੱਜ ਕਰ ਸਕਦੇ ਹੋ ਵੀ ਜੇਕਰ ਤੁਹਾਨੂੰ 4 ਲਾਈਨਾਂ ਆਉਂਦੀਆਂ ਪਈਆਂ ਨੇ, 4 ਲਾਈਨਾਂ ਆਉਂਦੀਆਂ ਪਈਆਂ ਨੇ, ਤਾਂ ਉਹ ਸਿਰਫ 3 ਨੰਬਰ ਦੀਆਂ ਬਣਨਗੀਆਂ, 1, 2 ਐਂਡ 3, ਠੀਕ ਹੈ ਜੀ। ਸੋ ਇਹ ਵੇ ਨਾਲ ਜਿਹੜੀ ਰੀਆਰਡਰ ਪੈਰਾਗ੍ਰਾਫ ਦੀ ਮਾਰਕਿੰਗ ਹੁੰਦੀ ਆ। ਰੀਆਰਡਰ ਪੈਰਾਗ੍ਰਾਫ ਆਪਣੇ ਐਗਜ਼ਾਮ ਦੇ ਵਿੱਚ 1 ਵੀ ਆ ਸਕਦਾ ਵਾ, ਐਗਜ਼ਾਮ 'ਚ 3 ਵੀ ਆ ਸਕਦੇ ਨੇ।
ਇਹ ਬਹੁਤ ਇੰਪੋਰਟੈਂਟ ਪਾਰਟ ਆ ਕਿਉਂਕਿ ਕਾਫੀ ਬੱਚੇ ਇਹ ਚ ਮਿਸਟੇਕ ਕਰਦੇ ਆ। ਇਹ ਸੌਖਾ ਵੀ ਆ, ਇੰਨਾ ਔਖਾ ਨਹੀਂਗਾ ਪਰਫਾਰਮ ਕਰਨਾ। ਸੌਖਾ ਕਿਉਂ ਪਰਫਾਰਮ ਕਰਨਾ? ਇਹ ਸਮਝਣ ਦੀ ਲੋੜ ਆ, ਇਹ ਅੰਡਰਸਟੈਂਡਿੰਗ ਵਾਲਾ ਪਾਰਟ ਆ। ਇਹ ਚ ਨਾ ਹੁਣ ਬਹੁਤ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ, ਆਹ ਲਾਈਨ ਲਾ ਦੋ, ਉਹ ਲਾਈਨ ਲਾ ਦੋ, ਆਹ ਲਾਈਨ ਲਾ ਦੋ, ਉਹ ਤੁੱਕੇ ਆ। ਸਿੱਧੀ ਗੱਲ ਦੱਸਾਂ, ਉਹ ਤੁੱਕੇ ਆ, ਕਿਉਂਕਿ ਉਹਨਾਂ ਨੇ ਦੱਸਣਾ ਕੁਛ ਨਹੀਂਗਾ, ਵਿਊ ਆ 4 ਲੈ ਲੈਣਗੇ ਤਾਂ ਹੋਰ ਕੁਛ ਨਹੀਂਗਾ, ਠੀਕ ਆ ਨਾ। ਤਾਂ ਤੁਸੀਂ ਬਾਅਦ ਚ ਫੇਰ ਜੱਬੀ ਜਾਣਾ ਵਾ, ਯਾਰ ਸਾਨੂੰ ਤਾਂ ਪਤਾ ਨਹੀਂ ਲੱਗਾ, ਸਾਨੂੰ ਤਾਂ ਪਤਾ ਨਹੀਂ ਲੱਗਾ। ਮੇਨ ਚੀਜ਼ ਸਮਝਾਉਣਾ, ਇਹ ਚੀਜ਼ ਦੇ ਵਿੱਚ ਹੈ ਕੀ ਰੀਆਰਡਰ ਦੇ ਵਿੱਚ। ਰੀਆਰਡਰ ਦੇ ਵਿੱਚ ਪਹਿਲੀ ਲਾਈਨ ਨੂੰ ਲੱਭਣਾ ਸੌਖਾ, ਪਹਿਲੀ ਲਾਈਨ ਨੂੰ ਲੱਭਣਾ ਸੌਖਾ ਨਾਊਨ ਵਰਸਸ ਪ੍ਰਨਾਊਨ ਵਾਲੀ ਟ੍ਰਿਕ ਦੇ ਨਾਲ। ਨਾਊਨ ਵਰਸਸ ਪ੍ਰਨਾਊਨ ਵਾਲੀ ਟ੍ਰਿਕ ਦੇ ਨਾਲ ਇਹ ਚੀਜ਼ ਨੂੰ ਲੱਭਣਾ ਸੌਖਾ। ਜਿਵੇਂ ਜਸਟ ਫॉर ਐਗਜ਼ਾਮਪਲ ਪਹਿਲੀ ਲਾਈਨ ਹਮੇਸ਼ਾ ਨਾਊਨ ਹੋਊਗੀ, ਪਰ ਨਾਊਨ ਕਦੇ ਵੀ ਨਹੀਂ ਹੋਊਗੀ। ਇਹ ਚੀਜ਼ ਮੈਂ ਪਹਿਲਾਂ ਵੀ ਸਮਝਾਈ ਸੀ। ਕਿਉਂ? ਕਿਉਂਕਿ ਜਸਟ ਫॉर ਐਗਜ਼ਾਮਪਲ ਜਿਵੇਂ ਇੱਕ ਲਾਈਨ ਆਈ ਆ, ਹੀ ਇਜ਼ ਅ ਗੁੱਡ ਬॉय, ਉਹ ਇੱਕ ਚੰਗਾ ਬੱਚਾ, ਹੀ ਇਜ਼ ਅ ਗੁੱਡ ਬॉय। ਹੀ ਕੌਣ ਆ? ਕਿਹਦੀ ਗੱਲ ਚੱਲਦੀ ਪਈ ਆ? ਹੁਣ ਇਹ ਪ੍ਰਨਾਊਨ ਆ, ਹੀ ਇਜ਼ ਅ ਗੁੱਡ ਬॉय। ਹੁਣ ਹੀ ਤੋਂ ਪਤਾ ਲੱਗਦਾ ਪਿਆ ਕਿਹਦੀ ਗੱਲ ਚੱਲਦੀ ਪਈ ਆ? ਬਿਲਕੁਲ ਨਹੀਂ ਪਤਾ ਲੱਗਦਾ ਪਿਆ। ਹੁਣ ਇੱਕ ਨਾਊਨ ਆ, ਰਾਮ ਇਜ਼ ਅ ਗੁੱਡ ਬॉय, ਰਾਮ ਇੱਕ ਚੰਗਾ ਬੱਚਾ। ਹੁਣ ਮੈਨੂੰ ਪਤਾ ਲੱਗਦਾ ਪਿਆ ਕਿਹਦੇ ਬਾਰੇ ਗੱਲ ਹੁੰਦੀ ਪਈ ਆ? ਹਾਂਜੀ ਪਤਾ ਲੱਗਦਾ ਪਿਆ ਰਾਮ ਬਾਰੇ ਗੱਲ ਹੁੰਦੀ ਪਈ ਆ। ਗੁੱਡ ਬॉय ਚੰਗਾ ਬੱਚਾ ਵਾ, ਪਤਾ ਲੱਗਦਾ ਪਿਆ ਕੀ ਗੱਲ ਹੁੰਦੀ ਪਈ ਆ? ਹਾਂ ਪਤਾ ਲੱਗਦਾ ਪਿਆ ਕੀ ਗੱਲ ਹੁੰਦੀ ਪਈ ਆ। ਹੁਣ ਇਹ ਲਾਈਨ ਨੂੰ ਦੇਖਣ ਵਾਸਤੇ ਕਿਸੇ ਹੋਰ ਲਾਈਨ ਨੂੰ ਦੇਖਣ ਦੀ ਲੋੜ ਹੈਗੀ ਆ? ਬਿਲਕੁਲ ਨਹੀਂ ਹੈਗੀ। ਹੁਣ ਜੇ ਮੈਂ ਆਹ ਲਾਈਨ ਨੂੰ ਦੇਖਾਂ ਪ੍ਰਨਾਊਨ ਵਾਲੀ ਨੂੰ, ਵੀ ਪ੍ਰਨਾਊਨ ਦੇ ਵਿੱਚ ਦੱਸਦੇ ਪਏ ਆ ਹੀ ਇਜ਼ ਅ ਗੁੱਡ ਬॉय, ਕਿ ਉਹ ਲਾਈਨ ਨੂੰ ਦੇਖਣ ਵਾਸਤੇ ਕਿਸੇ ਹੋਰ ਲਾਈਨ ਨੂੰ ਦੇਖਣ ਦੀ ਲੋੜ ਪਊਗੀ? ਬਿਲਕੁਲ ਪਊਗੀ। ਹੀ ਇਜ਼ ਅ ਗੁੱਡ ਬॉय, ਹੀ ਕੌਣ ਆ? ਹੀ ਨੂੰ ਲੱਭਣ ਵਾਸਤੇ ਕਿਸੇ ਹੋਰ ਲਾਈਨ ਨੂੰ ਦੇਖਣ ਦੀ ਲੋੜ ਪਊਗੀ। ਜਿਹੜੀ ਲਾਈਨ ਤੁਹਾਨੂੰ ਸਾਰੇ ਪੈਰੇ ਦੀ ਪਛਾਣ ਕਰਵਾਵੇ, ਕਿਸੇ ਹੋਰ ਲਾਈਨ ਨਾਲ ਦੇਖਣ ਦੀ ਲੋੜ ਨਾ ਪਵੇ, ਉਹ ਲਾਈਨ ਹਮੇਸ਼ਾ ਰੀਆਰਡਰ ਦੀ ਪਹਿਲੀ ਲਾਈਨ ਹੋਊਗੀ। ਜਿਵੇਂ ਨਾਊਨ, ਠੀਕ ਹੈ। ਹੁਣ ਨਾਊਨ ਤਾਂ ਤੁਸੀਂ ਰੀਆਰਡਰ ਦੀ ਪਹਿਲੀ ਲਾਈਨ ਲਾਤੀ, ਉਸ ਤੋਂ ਬਾਅਦ ਵਾਲੇ ਪੇਅਰ ਜਿਹੜੇ ਬਣਨੇ ਆ ਨਾ, ਉਹ ਸੈਂਸ ਦੇ ਅਕੋਰਡਿੰਗ ਬਣਨੇ ਆ। ਪਹਿਲੀ ਲਾਈਨ ਦੇ ਵਿੱਚ ਗੱਲ ਕੀ ਚੱਲਦੀ ਪਈ ਆ, ਦੂਜੀ ਲਾਈਨ 'ਚ ਗੱਲ ਕੀ ਚੱਲਦੀ ਪਈ ਆ, ਤੀਜੀ ਲਾਈਨ 'ਚ ਗੱਲ ਕੀ ਚੱਲਦੀ ਪਈ ਆ। ਅੰਡਰਸਟੈਂਡਿੰਗ ਨੂੰ ਬੂਸਟ ਕਰਨਾ ਸ਼ੁਰੂ ਕਰੋ। ਜਿੰਨੀ ਅੰਡਰਸਟੈਂਡਿੰਗ ਨੂੰ ਬੂਸਟ ਕਰੋਗੇ ਉਨੀ ਤੁਹਾਡੀ ਸਕੋਰਿੰਗ ਵਧੀਆ ਆਊਗੀ। ਹੁਣ ਕਾਫੀ ਬੱਚੇ ਨਾ ਰੀਆਰਡਰ ਦੇ ਵਿੱਚ ਕਨਫਿਊਜ਼ਨ ਰੱਖਦੇ ਆ, ਈਅਰਸ ਨੂੰ ਦੇਖ ਕੇ ਬੜੇ ਲਾਈਨਾਂ ਲਾਉਂਦੇ ਆ। ਜੇ ਇੱਕ ਥਾਂ ਤੇ ਈਅਰ ਦਿੱਤਾ ਨਾ 1978, ਦੂਜੇ ਤੇ ਦਿੱਤਾ ਵਾ 2001, ਬੱਚਿਆਂ ਨੂੰ ਲੱਗਦਾ ਵੀ ਯਾਰ 1978 ਇੰਨੀ ਪੁਰਾਣੀ ਗੱਲ ਹੋਈ ਆ ਤੇ 2001 ਤਾਂ ਅੱਜ ਕੱਲ ਆ, ਠੀਕ ਆ। ਤੇ ਹੁਣ ਅਸੀਂ ਕਹਾਂਗੇ ਵੀ ਜਿਹੜਾ 1978 ਉਹ ਬਾਅਦ ਚ ਆਊਗਾ, ਠੀਕ ਹੈ, ਸੌਰੀ ਪਹਿਲਾਂ ਆਊਗਾ, ਦੂਜਾ ਬਾਅਦ ਚ ਆਊਗਾ। ਇਹ ਚੀਜ਼ ਮੈਂ ਤੁਹਾਨੂੰ ਦੱਸਦਾ ਮੈਟਰ ਨਹੀਂ ਕਰਦੀ। ਜਿਹੜੇ ਈਅਰਸ ਹੁੰਦੇ ਆ ਨਾ, ਉਹ ਰੀਆਰਡਰ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਵੀ ਦਿੱਤੇ ਜਾ ਸਕਦੇ ਆ। ਸੋ ਈਅਰਸ ਨੂੰ ਦੇਖ ਕੇ ਲਾਈਨਾਂ ਨੂੰ ਜੱਜ ਕਰਨਾ ਬੰਦ ਕਰੋ, ਇਹ ਚੀਜ਼ ਨੂੰ ਧਿਆਨ ਚ ਰੱਖਿਓ, ਠੀਕ ਆ ਜੀ। ਹੁਣ ਮੇਨ ਮੁੱਦੇ ਦੀ ਗੱਲ ਇਹ ਆ, ਜੇ ਤੁਸੀਂ ਆਪਦੇ ਰੀਆਰਡਰ ਪੈਰਾਗ੍ਰਾਫ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਰੀਆਰਡਰ ਪੈਰਾਗ੍ਰਾਫ ਦੇ ਨਾਲ ਆਪਦੀਆਂ ਰੀਡਿੰਗ ਬਲੈਂਕਸ ਆ ਜਿਹੜੀਆਂ ਨੇ, ਠੀਕ ਆ, ਰੀਡਿੰਗ ਬਲੈਂਕਸ ਜਿਹੜੀਆਂ ਨੇ ਉਹਨਾਂ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਸੋ ਦੋ ਚੀਜ਼ਾਂ ਤੇ ਵਰਕ ਕਰਨਾ ਡੇਲੀ ਬੇਸਿਸ ਤੇ ਸ਼ੁਰੂ ਕਰ ਦਿਓ। ਤੁਹਾਨੂੰ ਦੋ ਚੀਜ਼ਾਂ ਦੱਸਣ ਲੱਗਦਾ ਵਾ। ਡੇਲੀ ਦੀ ਵੋਕੈਬ ਜਿਹੜੀ ਆ ਉਹ ਘੱਟ ਤੋਂ ਘੱਟ 50 to 100 ਹੋਣੀ ਚਾਹੀਦੀ ਆ। ਡੇਲੀ ਦੀ 50 to 100 ਵੋਕੈਬ ਤੁਹਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੁਸੀਂ ਫੇਰ ਉਹ ਚੀਜ਼ ਦੇ ਵਿੱਚੋਂ ਡਿਜ਼ਾਇਰ ਸਕੋਰ ਜਿਹੜੇ ਆ ਉਹ ਪ੍ਰਾਪਤ ਕਰ ਸਕਦੇ ਹੋ। ਜਿਹੜਾ ਬੱਚਾ ਡੇਲੀ ਦੀ ਵੋਕੈਬ 50 to 100 ਤੱਕ ਪ੍ਰੋਪਰਲੀ ਕਰਦਾ ਪਿਆ ਵਾ, ਉਹ ਬੱਚਾ ਕਦੇ ਵਾਸਤੇ ਵੀ ਰੀਡਿੰਗ ਦੇ ਵਿੱਚੋਂ ਪਿੱਛੇ ਨਹੀਂ ਰਹੂਗਾ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਐਂਡ ਸੈਕੰਡ ਚੀਜ਼ ਆ ਨੋਵਲ ਜਾਂ ਆਰਟੀਕਲ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਚੀਜ਼ ਚੂਜ਼ ਕਰ ਲਓ, ਠੀਕ ਆ। ਜਾਂ ਨੋਵਲ ਡੇਲੀ ਰੀਡ ਕਰਨਾ ਸਟਾਰਟ ਕਰ ਦਿਓ, ਜਾਂ ਆਰਟੀਕਲ ਡੇਲੀ ਬੇਸਿਸ ਤੇ ਰੀਡ ਕਰਨਾ ਸਟਾਰਟ ਕਰ ਦਿਓ। ਕਿਉਂਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਜਿੰਨੇ ਮੇਰੇ ਤੋਂ ਪੇਡ ਕਲਾਸਿਸ ਬੱਚੇ ਲੈਂਦੇ ਆ, ਉਹ ਡੇਲੀ ਨੋਵਲ ਰੀਡ ਕਰਦੇ ਨੇ, ਡੇਲੀ ਆਰਟੀਕਲ ਰੀਡ ਕਰਦੇ ਨੇ, ਡੇਲੀ 50 to 100 ਜਿਹੜੀ ਵੋਕੈਬ ਕਰਦੇ ਆ, ਤੇ ਬੱਚਿਆਂ ਦੇ ਸਕੋਰ 60 65 70 ਇਦਾਂ ਰੀਡਿੰਗ ਚ ਆਉਂਦੇ ਪਏ ਆ, ਤੇ ਬਹੁਤ ਰੀਡਿੰਗ ਇੰਪਰੂਵ ਹੁੰਦੀ ਪਈ ਆ। ਜੇ ਆਹ ਚੀਜ਼ ਨੇ ਬੱਚਿਆਂ ਨੂੰ ਇੰਪਰੂਵਮੈਂਟ ਦਿੱਤੀ ਆ ਰੀਡਿੰਗ ਦੇ ਵਿੱਚ, ਸੋ ਦੈਟਸ ਵਾਈ ਤੁਹਾਡੇ ਨਾਲ ਮੈਂ ਚੀਜ਼ ਸ਼ੇਅਰ ਕਰਦਾ ਪਿਆ ਵਾ। ਪਰ ਇਹਨਾਂ ਦੀ ਪ੍ਰੈਕਟਿਸ ਕਰੋ, ਦੱਬ ਕੇ ਪ੍ਰੈਕਟਿਸ ਕਰੋ 15 ਦਿਨ, ਤੇ ਡੈਫੀਨਿਟਲੀ ਚੀਜ਼ ਦੇ ਵਿੱਚ ਤੁਹਾਨੂੰ ਜਿਹੜੀ ਇੰਪਰੂਵਮੈਂਟ ਸ਼ੋ ਹੋਊਗੀ, ਠੀਕ ਹੈ ਜੀ। ਸੋ ਇਹ ਚੀਜ਼ ਦੀ ਜਿੰਨੀ ਪ੍ਰੈਕਟਿਸ ਕਰੋਗੇ ਉਨੀ ਥੋੜੀ ਆ, ਵੱਧ ਤੋਂ ਵੱਧ ਪ੍ਰੈਕਟਿਸ ਕਰੋ ਤੇ ਤੁਹਾਨੂੰ ਡੈਫੀਨਿਟਲੀ ਚੀਜ਼ ਜਿਹੜੀ ਆ ਇੱਕ ਇੰਪਰੂਵਮੈਂਟ ਦਵਾਉਗੀ ਐਗਜ਼ਾਮ ਦੇ ਵਿੱਚ। ਹੁਣ ਕਾਫੀ ਬੱਚੇ ਲਿਸਨਿੰਗ ਨੂੰ ਲੈ ਕੇ ਕਹਿੰਦੇ ਪਏ ਸੀ ਕਿ ਵੀ ਜਿਹੜੀ SST ਆ ਲਿਸਨਿੰਗ ਦੀ SST ਜਿਹੜੀ ਆ ਵੀ SST ਦੇ ਵਿੱਚ ਕਨਫਿਊਜ਼ਨ ਆ ਸਰ ਵੀ SST ਨੂੰ ਕਿਵੇਂ ਇੰਪਰੂਵ ਕੀਤਾ ਜਾਵੇ। SST ਦੇ ਵਿੱਚ ਸਾਡੇ ਕੰਟੈਂਟ ਚੋਂ ਨੰਬਰ ਨਹੀਂ ਆਉਂਦੇ ਪਏਗੇ, ਸਾਡੇ ਗ੍ਰਾਮਰ ਚੋਂ ਨੰਬਰ ਨਹੀਂ ਆਉਂਦੇ ਪਏਗੇ। ਅਸੀਂ ਕਿਵੇਂ SST ਨੂੰ ਇੰਪਰੂਵ ਕਰੀਏ, SST ਦੇ ਵਿੱਚ ਟੈਂਪਲੇਟ ਕਿਹੜਾ ਯੂਜ਼ ਕਰੀਏ, ਕਿਹੜਾ ਟੈਂਪਲੇਟ ਸਾਨੂੰ ਡਿਜ਼ਾਇਰ ਸਕੋਰਿੰਗ ਦਵਾ ਸਕਦਾ। ਟੈਂਪਲੇਟ ਦੀ ਕੋਈ ਵੈਲਿਊ ਨਹੀਂ ਆ। ਜਿੰਨੇ ਬੱਚੇ ਮੇਰੇ ਕੋਲ ਪੜ੍ਹਦੇ ਪਏ ਆ, ਮੈਂ ਬਹੁਤ ਘੱਟ ਕਿਸੇ ਦਾ ਟੈਂਪਲੇਟ ਚੇਂਜ ਕਰਵਾਉਂਦਾ ਵਾ, ਕਿਸੇ ਦਾ ਟੈਂਪਲੇਟ ਚੇਂਜ ਨਹੀਂ ਕਰਵਾਉਂਦਾਗਾ। ਮੈਂ ਕਹਿਣਾ ਕਿਹੜੀ ਚੀਜ਼ ਉਹਨਾਂ ਨੂੰ, ਮੈਂ ਉਹਨਾਂ ਨੂੰ ਕਹਿੰਦਾ ਵਾ ਚਾਹੇ ਤੁਸੀਂ ਪੇਅਰ ਚੱਕੋ, ਚਾਹੇ ਫਰੇਜ਼ਸ ਚੱਕੋ, ਚਾਹੇ ਕੀਵਰਡਸ ਚੱਕੋ, ਬਟ ਇੱਕ ਚੀਜ਼ ਨੂੰ ਧਿਆਨ ਚ ਰੱਖਿਓ, ਘੱਟ ਤੋਂ ਘੱਟ 20 ਹੋਣੇ ਚਾਹੀਦੇ ਆ, 20 ਹੋਣੇ ਚਾਹੀਦੇ ਜਾਂ 20 ਪਲੱਸ ਹੋਣੇ ਚਾਹੀਦੇ ਆ। ਜਿਹੜੇ ਜਿਵੇਂ ਹੁੰਦਾ ਨਾ 50 ਤੱਕ ਲਿਮਿਟ ਆ, 50 to 70 ਤੱਕ ਲਿਮਿਟ ਆ, ਘੱਟ ਤੋਂ ਘੱਟ ਜਿਹੜੇ 50 ਦੇ ਵਿੱਚ 20 ਆ ਉਹ ਤੁਹਾਡੇ ਕੀਵਰਡ ਕੰਟੈਂਟ ਹੀ ਹੋਵੇ। 50 ਦੇ ਵਿੱਚ ਘੱਟੋ ਘੱਟ 50 ਦੇ ਵਿੱਚ ਘੱਟੋ ਘੱਟ 20 ਵਰਡਸ ਦਾ ਤੁਹਾਡਾ ਕੰਟੈਂਟ ਹੋਵੇ। ਉਹ ਚਾਹੇ ਕੀਵਰਡ ਆ, ਚਾਹੇ ਪੇਅਰ ਆ, ਚਾਹੇ ਫਰੇਜ਼ਸ ਆ, ਉਹ ਡਸਨਟ ਮੈਟਰ ਵੀ ਘੱਟ ਤੋਂ ਘੱਟ 20 ਵਰਡਸ ਹੋਣ। ਉਹ ਇਹ ਨਹੀਂਗਾ ਵੀ ਤੁਸੀਂ ਕਹਿੰਦੇ ਪਏ ਹੋ ਵੀ ਸਾਡਾ ਘੱਟ ਤੋਂ ਘੱਟ 45 ਵਰਡਸ ਦਾ ਟੈਂਪਲੇਟ ਹੀ ਆ, 40 to 45 ਵਰਡਸ ਦਾ ਟੈਂਪਲੇਟ ਹੀ ਆ। ਉਹ ਗਲਤ ਚੀਜ਼ ਆ। ਕੰਟੈਂਟ ਦੀ ਮਾਤਰਾ ਜਿੰਨੀ ਜ਼ਿਆਦਾ ਹੋਊਗੀ,
ਜਿੰਨਾ ਕੰਟੈਂਟ ਤੁਹਾਡਾ ਐਸਐਸਟੀ ਦੇ ਵਿੱਚ ਹੋਊਗਾ ਉਨੀ ਵਧੀਆ ਸਕੋਰਿੰਗ ਤੁਸੀਂ ਐਸਐਸਟੀ ਦੇ ਵਿੱਚੋਂ ਲੈ ਕੇ ਆਓਗੇ। ਕੋਸ਼ਿਸ਼ ਹੈ ਜੇ ਟੈਂਪਲੇਟ ਹੈ ਨਾ, ਟੈਂਪਲੇਟ ਦੀ ਇੱਕ ਅੱਧੀ ਲਾਈਨ ਕੱਟ ਵੀ ਲਾਸਟ ਵਾਲੀ ਲਾਈਨ ਲਿਖਣੀ ਜ਼ਰੂਰੀ ਆ। ਲਾਸਟ ਵਾਲੀ ਓਵਰਆਲ ਵਾਲੀ ਇਨ ਕਨਕਲੂਜਨ ਵਾਲੀ ਲਾਈਨ ਜਿਹੜੀ ਹੈ ਨਾ ਉਹ ਐਸਐਸਟੀ ਦੀ ਲਿਖਣੀ ਜ਼ਰੂਰੀ ਆ, ਉਹਨੂੰ ਨਹੀਂ ਕੱਟੀਦਾ ਹੁੰਦਾਗਾ। ਜਿਹੜੇ ਬਲੈਂਕਸ ਵਾਲੀਆਂ ਲਾਈਨਾਂ ਨੇ ਹਾਊ ਐਵਰ, ਫਰਦਰ, ਮੋਰ ਓਵਰ, ਇਹ ਲਾਈਨਾਂ ਨੂੰ ਕੱਟ ਵੀ ਸਕਦੇ ਆਪਾਂ, ਉਹ ਜ਼ਰੂਰੀ ਲਾਈਨਾਂ ਨਹੀਂ ਗੀਆਂ। ਉਹਨਾਂ ਦੀ ਥਾਂ ਤੇ ਜਿੰਨਾ ਕੰਟੈਂਟ ਹੋ ਸਕਦਾ ਉਹਨੂੰ ਭਰਿਆ ਕਰੋ। ਕੰਟੈਂਟ ਇੰਪੋਰਟੈਂਟ ਆ, ਉਹਦੇ ਵਿੱਚੋਂ ਜਿਹੜਾ ਵਾ ਤੁਹਾਡਾ ਟੈਂਪਲੇਟ ਬਿਲਕੁਲ ਵੀ ਨਹੀਂ ਇੰਪੋਰਟੈਂਟ ਹੈਗਾ। ਐਸਐਸਟੀ ਦੇ ਵਿੱਚ ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਤੇ ਐਸਐਸਟੀ ਵੀ ਜਿਹੜੀ ਆਪਾਂ ਨੂੰ ਡੇਲੀ ਦੀ ਘੱਟ ਤੋਂ ਘੱਟ 4 to 5 ਪ੍ਰੈਕਟਿਸ ਕਰਨੀ ਚਾਹੀਦੀ ਆ 1.2 ਦੀ ਸਪੀਡ ਤੋਂ। ਤੇ ਸੇਮ ਐਜ਼ ਇਟ ਇਜ਼ ਰੀਟਨ ਲੈਕਚਰ, ਇਹਨੂੰ 40 to 50 ਸੈਕਿੰਡ ਸੁਣਨਾ, ਇਸ ਤੋਂ ਜ਼ਿਆਦਾ ਬਿਲਕੁਲ ਨਹੀਂ ਸੁਣਨਾ। ਜਿਹੜਾ ਬੱਚਾ ਇਸ ਤੋਂ ਜ਼ਿਆਦਾ ਰਿਕਾਰਡਿੰਗ ਨੂੰ ਸੁਣਦਾ ਪਿਆ ਵਾ ਉਹ ਗਲਤੀ ਆ। 40 to 50 ਸੈਕਿੰਡ ਦੀ ਰਿਕਾਰਡਿੰਗ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਮੈਂ ਕੀਵਰਡ ਜਾਂ ਫਰੇਜ਼ ਇੰਨੇ ਚੱਕਣੇ ਹੀ ਚੱਕਣੇ ਆ। ਟਾਰਗੇਟ ਆਪਣੇ ਆਪ ਨੂੰ ਦਿਆ ਕਰੋ। ਇਹ ਟਾਰਗੇਟ ਨੂੰ ਅਚੀਵ ਕਰੋਗੇ ਸੋ ਐਗਜ਼ਾਮ 'ਚ ਵਧੀਆ ਸਕੋਰ ਤੁਸੀਂ ਲਓਗੇ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਐਂਡ ਲਿਸਨਿੰਗ ਬਲੈਂਕਸ, ਠੀਕ ਹੈ। ਹੁਣ ਲਿਸਨਿੰਗ ਦੀਆਂ ਬਲੈਂਕਸ ਆ ਜਿਹੜੀਆਂ ਨੇ ਨਾ, ਕਾਫੀ ਬੱਚਿਆਂ ਦਾ ਅੱਜਕੱਲ ਕੁਐਸਚਨ ਆਉਂਦੇ ਪਏ ਆ ਐਗਜ਼ਾਮ 'ਚ, ਬਈ ਇਹਦਾ ਐਕਸੈਂਟ ਵੀ ਡਿਫਿਕਲਟ ਆਉਂਦਾ ਪਿਆ ਵਾ। ਸੋ ਬੀ ਕੇਅਰਫੁਲ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਡੇਲੀ ਲਿਸਨਿੰਗ ਦੀਆਂ ਬਲੈਂਕਸ ਆ ਮੈਂ 20 ਰੱਖੀਆਂ ਵਾ ਤੇ 20 ਡੇਲੀ ਦੀਆਂ ਪਰਫਾਰਮ ਕਰਨੀਆਂ ਜ਼ਰੂਰੀ ਆ। ਐਂਡ ਲਿਸਨਿੰਗ ਦੀ ਬਲੈਂਕਸ ਜਿਹੜੀਆਂ ਨੇ 1.2 ਤੋਂ ਪ੍ਰੈਕਟਿਸ ਕਰਨੀਆਂ ਜ਼ਰੂਰੀ ਆ। ਜਿਹੜੇ ਬੱਚੇ ਨੂੰ ਲਿਸਨਿੰਗ ਦੀ ਬਲੈਂਕਸਾਂ ਦੇ ਵਿੱਚ ਐਸ ਔਰ ਈਐਸ ਦੀ ਪ੍ਰੋਬਲਮ ਆ, ਵੀ ਸਾਨੂੰ ਐਸ ਔਰ ਈਐਸ ਦਾ ਪਤਾ ਨਹੀਂ ਲੱਗਦਾ, ਐਸ ਔਰ ਈਐਸ ਉਹ ਕਦੋਂ ਬੋਲ ਜਾਂਦਾ ਵਾ, ਐਸ ਔਰ ਈਐਸ ਦੀ ਪ੍ਰੈਕਟਿਸ ਅਸੀਂ ਕਿਹੜੇ ਵੇ ਨਾਲ ਕਰ ਸਕਦੇ ਆ, ਕਿਵੇਂ ਫਾਈਂਡ ਕਰ ਸਕਦੇ ਆ ਵੀ ਐਸ ਔਰ ਈਐਸ ਬੋਲ ਕੇ ਗਿਆ ਵਾ। ਇੱਕ ਲਾਈਨ ਨੂੰ ਵੇਖੋ, ਜੇਕਰ ਉਹ ਲਾਈਨ ਸਿੰਗੂਲਰ ਚੱਲਦੀ ਪਈ ਆ 100 ਚੋਂ 90% ਤੁਹਾਡਾ ਆਨਸਰ ਵੀ ਸਿੰਗੂਲਰ ਆ। ਜੋ ਲਾਈਨ ਪਲੂਰਲ ਚੱਲਦੀ ਪਈ ਆ 100 ਚੋਂ 90% ਤੁਹਾਡਾ ਆਨਸਰ ਵੀ ਪਲੂਰਲ ਆ। ਹੁਣ ਇਹ ਚੀਜ਼ 100% ਤਾਂ ਨਹੀਂ ਵਰਕ ਕਰਦੀਗੀ, ਬਟ 90% ਤੱਕ ਆਪਾਂ ਨੂੰ ਸ਼ੋਰਿਟੀ ਹੋ ਜਾਂਦੀ ਆ ਵੀ ਆਨਸਰ ਜਿਹੜਾ ਸਿੰਗੂਲਰ ਆਊਗਾ, ਪਲੂਰਲ ਆਊਗਾ। ਸੋ ਇਹ ਚੀਜ਼ਾਂ ਨੂੰ ਫਾਈਂਡ ਕਰਕੇ ਆਪਦੀ ਲਿਸਨਿੰਗ ਦੇ ਬਲੈਂਕਸ ਨੂੰ ਸੋਲਵ ਕਰ ਸਕਦੇ ਹੋ। ਲਿਸਨਿੰਗ ਦੇ ਬਲੈਂਕਸ ਆ 1.2 ਦੀ ਸਪੀਡ ਤੋਂ ਡੇਲੀ 20 ਪਰਫਾਰਮ ਕਰੋ। ਐਪੀਯੂ ਨਹੀਂ ਤਾਂ ਕਰੋ, ਡੈਫੀਨਿਟਲੀ ਇੰਪਰੂਵਮੈਂਟ ਹੋਊਗੀ। ਹਾਈਲਾਈਟ ਇਨਕਰੈਕਟ ਵਰਡ। ਹੁਣ ਹਾਈਲਾਈਟ ਇਨਕਰੈਕਟ ਵਰਡ ਜਿਹੜੇ ਆ ਸੇਮ ਐਜ਼ ਇਟ ਇਜ਼ ਇਹ ਬਲੈਂਕਸ ਵਾਂਗੂ ਡਿਫਿਕਲਟ ਐਕਸੈਂਟ ਆਉਂਦਾ ਪਿਆ ਵਾ। ਡੇਲੀ ਤਾਂ ਹੀ ਇਹ ਵੀ 20 ਰੱਖੇ ਆ, ਡੇਲੀ ਦੇ 20 ਪਰਫਾਰਮ ਕਰਨੇ ਆ, 1.2 ਦੀ ਸਪੀਡ ਤੋਂ ਪਰਫਾਰਮ ਕਰਨੇ ਆ, ਠੀਕ ਆ। ਐਪੀਯੂ ਤੋਂ ਹੀ ਪਰਫਾਰਮ ਕਰਨੇ ਆ। ਜੇਕਰ ਨਾ ਹੁਣ ਇੱਕ ਚੀਜ਼ ਦਾ ਚੀਜ਼ਾਂ ਹੋ ਗਈਆਂ, ਹਾਈਲਾਈਟ 20 ਕਰਨੇ ਆ 1.2 ਦੀ ਸਪੀਡ ਤੋਂ ਕਰਨੇ ਆ, ਠੀਕ ਆ। ਬਲੈਂਕਸ 20 ਕਰਨੀ ਆ 1.2 ਤੋਂ ਕਰਨੀ ਆ। ਐਕਸੈਂਟ ਨੂੰ ਇੰਪਰੂਵ ਕੀਤਾ ਜਾਵੇ। ਐਕਸੈਂਟ ਨੂੰ ਕਿਵੇਂ ਇੰਪਰੂਵ ਕਰ ਸਕਦੇ ਆ? ਐਕਸੈਂਟ ਨੂੰ ਇੰਪਰੂਵ ਕਰਨਾ ਨਾ, YouTube ਤੇ ਡੇਲੀ ਟੈਡ ਟਾਕ ਸੁਣਿਆ ਕਰੋ, ਠੀਕ ਆ। ਜਿੰਨੇ ਟੈਡ ਟਾਕ ਸੁਣੋਗੇ ਨਾ, TED ਟੈਡ TALK ਟਾਕ, ਠੀਕ ਹੈ। ਜਿੰਨੇ ਟੈਡ ਟਾਕ ਤੁਸੀਂ ਸੁਣੋਗੇ ਜਾ ਕੇ YouTube ਤੇ, ਟੈਡ ਟਾਕ ਕੀ ਹੁੰਦੇ? ਲੈਕਚਰ ਹੁੰਦੇ ਆ। ਜਿੰਨੇ ਲੈਕਚਰ ਸੁਣੋਗੇ ਤੁਸੀਂ YouTube ਤੇ ਜਾ ਕੇ ਉਨੀ ਤੁਹਾਡੀ ਇੰਪਰੂਵਮੈਂਟ ਹੋਊਗੀ, ਕਿਉਂਕਿ ਉਹ ਲੈਕਚਰ ਅਮਰੀਕਨ ਐਕਸੈਂਟ 'ਚ ਹੁੰਦੇ ਆ, ਬ੍ਰਿਟਿਸ਼ ਐਕਸੈਂਟ 'ਚ ਹੁੰਦੇ ਆ, ਗੋਰੇ ਖੜੇ ਸਟੇਜ ਤੇ ਹੋ ਕੇ ਜਾਂ ਇੰਟਰਵਿਊ ਕਿਸੇ ਦੀ ਲਈ ਜਾਂਦੇ ਹੁੰਦੇ ਆ ਜਾਂ ਲੈਕਚਰ ਦੇਈ ਹੁੰਦੇ ਆ। ਉਹ ਚੀਜ਼ ਨੂੰ ਸੁਣਿਆ ਕਰੋ। ਐਕਸੈਂਟ ਇੰਨਾ ਕਿ ਇੰਪਰੂਵ ਕਰ ਦਿੰਦੀ ਆ। ਬਲੈਂਕਸਾਂ ਦੇ ਵਿੱਚ ਜੇ ਹਾਈਲਾਈਟ ਦੇ ਵਿੱਚ ਮੇਰੇ ਬੱਚਿਆਂ ਦੇ ਜਿੰਨਿਆਂ ਤੇ ਤੁਸੀਂ ਸਕੋਰ ਵੇਖੋ ਵੀ 70 80, ਮੈਨੂੰ ਮੈਸੇਜ ਕਰਕੇ ਪੁੱਛਦੇ ਸਰ ਇਹਨਾਂ ਦੇ 70 ਕਿਵੇਂ ਆ ਗਏ, 80 ਕਿਵੇਂ ਆ ਗਏ। ਉਹ ਚੀਜ਼ਾਂ ਕਰਦੇ ਆ, ਉਹ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ। ਟੈਡ ਟਾਕ ਨੂੰ ਡੇਲੀ ਜਾ ਕੇ ਤੁਸੀਂ ਲਿਸਨ ਕਰਨਾ ਸਟਾਰਟ ਕਰੋ, ਉਹ ਇੰਪਰੂਵਮੈਂਟ ਕਰਵਾਉਗੀ, ਬਹੁਤ ਵਧੀਆ ਇੰਪਰੂਵਮੈਂਟ ਕਰਵਾਉਗੀ। ਐਂਡ ਤੁਹਾਡੀ ਰਾਈਟ ਫਰਮ ਡਿਕਟੇਸ਼ਨਸ, ਜਿਹੜੀਆਂ ਰਾਈਟ ਫਰਮ ਡਿਕਟੇਸ਼ਨ ਆ, ਰਾਈਟ ਫਰਮ ਡਿਕਟੇਸ਼ਨ ਦੇ ਵਿੱਚ ਹੁਣ ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ। ਡੇਲੀ ਦੀਆਂ ਰਾਈਟ ਫਰਮ ਡਿਕਟੇਸ਼ਨ ਜਿਹੜੀਆਂ ਨੇ 35 to 40 ਹੋਣੀਆਂ ਹੀ ਚਾਹੀਦੀਆਂ ਨੇ। 35 to 40, 1.2 ਸਪੀਡ ਐਂਡ 1.0 ਸਪੀਡ, ਆ ਦੋ ਸਪੀਡਸ ਤੋਂ ਪ੍ਰੈਕਟਿਸ ਕਰਨੀ ਜਿਹੜੀ ਆ ਡਿਕਟੇਸ਼ਨ ਦੀ ਸ਼ੁਰੂ ਕਰ ਦਿਓ। ਸੋ ਡੈਫੀਨਿਟਲੀ ਤੁਹਾਡੀ ਡਿਕਟੇਸ਼ਨ ਜਿਹੜੀ ਨੇ ਐਗਜ਼ਾਮ 'ਚ ਤੁਹਾਨੂੰ ਬਹੁਤ ਫਾਇਦਾ ਦਿਵਾਉਣਗੀਆਂ, ਠੀਕ ਆ ਜੀ। ਸੋ ਇਹ ਚੀਜ਼ਾਂ ਨੂੰ ਪ੍ਰੋਪਰਲੀ ਧਿਆਨ ਨਾਲ ਪਰਫਾਰਮ ਕਰਨਾ ਸ਼ੁਰੂ ਕਰ ਦਿਓ। ਐਂਡ ਡਿਕਟੇਸ਼ਨਾਂ ਦੇ ਵਿੱਚ ਐਕਸਟਰਾ ਵਰਡ ਤੁਸੀਂ ਐਡ ਕਰ ਸਕਦੇ ਹੋ। ਜਿਨ੍ਹਾਂ ਬੱਚਿਆਂ ਨੂੰ ਕਨਫਿਊਜ਼ਨ ਆ ਵੀ ਸਰ ਡਿਕਟੇਸ਼ਨ ਦੇ ਵਿੱਚ ਐਕਸਟਰਾ ਵਰਡ ਐਡ ਕਰ ਸਕਦੇ ਆ ਕਿ ਨਹੀਂ ਕਰ ਸਕਦੇਗੇ, ਰਾਜੇ ਡਿਕਟੇਸ਼ਨ ਦੇ ਵਿੱਚ ਐਕਸਟਰਾ ਵਰਡ ਐਡ ਹੁੰਦੇ ਆ, ਕਰ ਸਕਦੇ ਹੋ ਤੁਸੀਂ, ਕਿਉਂਕਿ ਕੋਈ ਲਿਮਿਟ ਨਹੀਂ ਇਹ ਚੀਜ਼ ਦੇ ਵਿੱਚ ਦਿੱਤੀ ਗਈ। ਲਾਸਟ 'ਚ ਨਾ ਕਰੋ, ਨਾਲ ਦੀ ਨਾਲ ਕਰੋ। ਜਿਵੇਂ ਗਵਰਨਮੈਂਟਸ, ਪਾਪੂਲੇਸ਼ਨ ਸਿਕਿਉਰਿਟੀਜ਼, ਨਾਲ ਦੀ ਨਾਲ ਕਰੋ, ਠੀਕ ਹੈ। SES ਵਰਡ ਪਾਉਂਦੇ ਜਾਓ ਨਾਲ ਦੀ ਨਾਲ, ਇਹ ਚੀਜ਼ ਨੂੰ ਪਰਫਾਰਮ ਕਰੋ। ਤੇ ਲਾਸਟ ਤੇ ਫੁੱਲ ਸਟਾਪ ਲਾਉਣਾ ਜ਼ਰੂਰੀ ਆ। ਕਈ ਬੱਚੇ ਪੁੱਛ ਲੈਂਦੇ ਆ ਵੀ ਡਿਕਟੇਸ਼ਨ ਦੇ ਲਾਸਟ ਤੇ ਫੁੱਲ ਸਟਾਪ ਲਾਉਣਾ ਜ਼ਰੂਰੀ ਆ। ਬਿਲਕੁਲ ਜ਼ਰੂਰੀ ਆ। ਜੇ ਲਾਸਟ ਤੇ ਫੁੱਲ ਸਟਾਪ ਨਹੀਂ ਲਾਉਂਗੇ ਤੇ 1 ਮਾਰਕਸ ਕੱਟ ਹੁੰਦਾ ਉਹ ਚੀਜ਼ ਦਾ। ਸੋ ਫੁੱਲ ਸਟਾਪ ਲਾਸਟ ਤੇ ਲਾਉਣਾ ਡਿਕਟੇਸ਼ਨ ਦੇ ਬਹੁਤ ਜ਼ਰੂਰੀ ਆ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਹੁਣ ਐਪੀਯੂ ਤੋਂ ਪ੍ਰੈਕਟਿਸ ਕਰਨੀ ਆ ਤੇ ਕਿਵੇਂ ਕਰਨੀ ਆ? ਸਭ ਤੋਂ ਪਹਿਲਾਂ ਐਪੀਯੂ ਤੋਂ ਵੀਕਲੀ ਪ੍ਰੈਡਿਕਸ਼ਨ ਕਵਰ ਕਰੋ। ਵੀਕਲੀ ਤੋਂ ਬਾਅਦ ਆਪਾਂ ਮੰਥਲੀ ਪ੍ਰੈਡਿਕਸ਼ਨ ਕਵਰ ਕਰੋ, ਫਿਰ ਆਲ ਤੇ ਆਓ। ਜਿਹੜਾ ਵੀਕਲੀ ਪ੍ਰੈਡਿਕਸ਼ਨ ਹੁੰਦਾ ਵਾ, ਇਹ ਨਹੀਂ ਕਿ ਵੀਕਲੀ ਪ੍ਰੈਡਿਕਸ਼ਨ ਹਰੇਕ ਹਫਤੇ ਜਾਂ ਮੰਥਲੀ ਹਰੇਕ ਮੰਥ ਚੇਂਜ ਹੋ ਜਾਂਦਾ ਵਾ। ਵੀਕਲੀ ਤੇ ਮੰਥਲੀ ਪ੍ਰੈਡਿਕਸ਼ਨ ਹਰੇਕ ਮੰਥ ਹਰੇਕ ਹਫਤੇ ਜਿਹੜਾ ਵਾ ਉਹ 2-3 ਕੁਐਸਚਨ ਵਿੱਚੋਂ ਚੇਂਜ ਹੁੰਦੇ ਆ, ਬਾਕੀ ਸਾਰਾ ਹੀ ਸੇਮ ਰਹਿੰਦਾ ਵਾ, ਠੀਕ ਆ। ਵੀਕਲੀ ਪ੍ਰੈਡਿਕਸ਼ਨ ਵੀ ਮੋਸਟ ਰਿਪੀਟਡ ਆ, ਮੰਥਲੀ ਪ੍ਰੈਡਿਕਸ਼ਨ ਵੀ ਮੋਸਟ ਰਿਪੀਟਡ ਆ। ਆਲ ਜੋ ਵਜੇ ਮੈਂ 50% ਕਹਿ ਦਿੰਦਾ ਹੁੰਦਾ ਵਾ ਵੀ ਇਹਦੇ ਵਿੱਚੋਂ ਸਾਰਾ ਨਹੀਂ ਆਉਂਦਾਗਾ, ਲਿਮਿਟਡ ਜਿਹੇ ਆਉਂਦੇ ਹੁੰਦੇ ਆ। ਜਿਹੜੇ ਆਲ ਦੇ ਵਿੱਚੋਂ ਇੰਪੋਰਟੈਂਟ ਹੁੰਦੇ ਨਾ, ਉਹਨਾਂ ਨੇ ਵੀਕਲੀ ਦੇ ਵਿੱਚ ਤੇ ਮੰਥਲੀ ਦੇ ਵਿੱਚ ਬਾਹਰ ਕੱਢਦੇ ਹੁੰਦੇ ਆ। ਜਿਹੜੇ ਆਲ ਚੋਂ ਇੰਪੋਰਟੈਂਟ ਹੁੰਦੇ ਆ ਨਾ, ਮੋਸਟ ਇੰਪੋਰਟੈਂਟ ਹੁੰਦੇ ਆ, ਉਹਨਾਂ ਨੇ ਵੀਕਲੀ ਤੇ ਮੰਥਲੀ ਦੇ ਵਿੱਚ ਬਾਹਰ ਕੱਢਦੇ ਹੁੰਦੇ ਵੀ ਆ ਮੋਸਟ ਇੰਪੋਰਟੈਂਟ ਆ। ਉਹਨਾਂ ਨੂੰ ਪ੍ਰੋਪਰਲੀ ਧਿਆਨ 'ਚ ਰੱਖਿਆ ਕਰੋ। ਇਹ ਚੀਜ਼ ਨੂੰ ਧਿਆਨ 'ਚ ਰੱਖੋ। ਇੱਕ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਰਿਪੀਟ ਹੁੰਦੀ ਹੈ ਐਪੀਯੂ ਤੋਂ, ਰਿਪੀਟ ਸੈਂਟੈਂਸ ਜਿਹੜੇ ਆ, ਰਿਪੀਟ ਸੈਂਟੈਂਸ
मैं कहूंगा 100 चों 100% रिपीट होने वाली चीज आ रिपीट सेंटेंस राइट फ्रॉम डिक्टेशन 100 चों 100% रिपीट होने वाली चीज है एपीयूनी चो क्योंकि ਹੁੰਦੀਆਂ ਨੇ ਜਿੰਨੇ ਬੱਚੇ ਮੇਰੇ ਐਗਜ਼ਾਮ ਦੇ ਕੇ ਆਉਂਦੇ ਹਰੇਕ ਕਹਿੰਦਾ ਇੱਕ ਹੋ ਗਿਆ 2 3 ਚ ਹਰੇਕ ਬੱਚੇ ਨੂੰ ਰਿਪੀਟ ਸੈਂਟੈਂਸ ਰਾਈਟ ਫਰਮ ਡਿਕਟੇਸ਼ਨ ਰਿਪੀਟ ਹੁੰਦੀਆਂ ਨੇ ਸੋ ਇਹ ਚੀਜ਼ ਡੈਫੀਨਿਟਲੀ ਤੁਹਾਨੂੰ ਵੀਕਲੀ ਐਂਡ ਮੰਥਲੀ ਪ੍ਰੈਡਿਕਸ਼ਨ ਚ ਕਰਨੀ ਚਾਹੀਦੀ ਹੈ ਅਗਲੀ ਚੀਜ਼ ਆ ਰਾਈਟਿੰਗ ਦਾ ਐਸੇ ਠੀਕ ਆ ਐਸੇ ਜਿਹੜਾ ਵਾ ਐਸੇ ਚੋਂ ਵੀ ਮੈਂ ਸਟੇਟਮੈਂਟ ਜਿਹੜੀ ਹੁੰਦੀ ਆ ਨਾ ਬਹੁਤ ਬੱਚੇ ਕਹਿੰਦੇ ਆ ਵੀ ਘੱਟ ਤੋਂ ਘੱਟ 100 ਚੋਂ 70% ਰਿਪੀਟ ਹੋਣ ਵਾਲੀ ਚੀਜ਼ ਆ ਐਪੀਯੂਨੀ ਚੋਂ ਐਸੇ ਦੀ ਸਟੇਟਮੈਂਟ ਜਿਹੜੀ ਐਸੇ ਦੀ ਸਟੇਟਮੈਂਟ ਉੱਪਰ ਹੁੰਦੀ ਹੈ ਜੀ ਚੋਂ ਕੀਵਰਡ ਤੁਸੀਂ ਲਿਖਣੇ ਆ ਉਹ ਡੈਫੀਨਿਟਲੀ 100% 100 ਚੋਂ 70% ਜਿਹੜੀ ਆ ਉਹ ਤੁਹਾਡੀ ਐਸੇ ਦੀ ਸਟੇਟਮੈਂਟ ਰਿਪੀਟ ਹੁੰਦੀ ਹੈ ਐਪੀਯੂਨੀ ਦੇ ਵਿੱਚੋਂ ਸੋ ਇਹਨੂੰ ਪ੍ਰੈਕਟਿਸ ਕਰਨੀ ਸਟਾਰਟ ਕਰੋ ਐਸਐਸਟੀ ਦੀ ਰਿਕਾਰਡਿੰਗ 100 ਦੇ ਵਿੱਚੋਂ 90% ਇਹ ਚੀਜ਼ ਵੀ ਐਪੀਯੂਨੀ ਦੇ ਵਿੱਚ ਰਿਪੀਟ ਆ ਮੋਸਟ ਰਿਪੀਟਡ ਚੀਜ਼ਾਂ ਨੇ ਐਪੀਯੂਨੀ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਰਿਪੀਟਡ ਦੇਖਦਾ ਪਿਆ ਵਾਂ ਜੇ ਮੈਂ ਰੀਡਿੰਗ ਦੀ ਗੱਲ ਕਰਾਂ ਸਾਰੀ ਰੀਡਿੰਗ ਦੀ ਗੱਲ ਕਰਾਂ 100 ਦੇ ਵਿੱਚੋਂ 70% ਰੀਡਿੰਗ ਜਿਹੜੀ ਆ ਉਹ ਐਪੀਯੂਨੀ ਚੋਂ ਆਊਗੀ ਹੀ ਆਊਗੀ 100 ਦੇ ਵਿੱਚੋਂ 70% ਰੀਡਿੰਗ ਜਿਹੜੀ ਹੈ ਜੇ ਤੁਸੀਂ ਐਪੀਯੂਨੀ ਨੂੰ ਪੂਰਾ ਨਿਚੋੜਿਆ ਹੋਇਆ ਪੂਰੀ ਪ੍ਰੈਕਟਿਸ ਕੀਤੀ ਵੀ ਆ ਜਿੰਨੀ ਐਪੀਯੂਨੀ 'ਚ ਪ੍ਰੈਕਟਿਸ ਕੀਤੀ ਵੀ ਆ ਉਹ ਸਾਰੀ ਤੁਹਾਨੂੰ ਜਿਹੜੀ ਆ ਉਹ ਰੀਡਿੰਗ ਦੇ ਵਿੱਚ ਜਿਹੜੀ ਆ ਤੁਹਾਨੂੰ ਹੈਲਪ ਕਰੂਗੀ ਐਗਜ਼ਾਮ ਦੇ ਵਿੱਚ ਰੀਡਿੰਗ ਨੂੰ ਬੂਸਟ ਕਰਨ ਦੇ ਵਿੱਚ ਠੀਕ ਆ ਜੀ ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਿਓ ਆ ਵੇ ਨਾਲ ਚੀਜ਼ਾਂ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਿਓ ਸੋ ਡੈਫੀਨਿਟਲੀ ਤੁਸੀਂ ਆਪਣੇ ਐਗਜ਼ਾਮ ਦੇ ਵਿੱਚੋਂ 60 ਈਚ ਸਕੋਰ ਜਿਹੜੇ ਆ ਉਹ ਦਿਨਾਂ ਦੇ ਵਿੱਚ ਪ੍ਰਾਪਤ ਕਰੋਗੇ ਜੇਕਰ ਵੀਡੀਓ ਵਧੀਆ ਲੱਗੀ ਆ ਕੁਝ ਸਿੱਖਣ ਨੂੰ ਮਿਲਿਆ ਵਾ ਲਾਈਕ ਕਰਕੇ ਵੀਡੀਓ ਨੂੰ ਦੋਸਤ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਇਦਾਂ ਦੀਆਂ ਵੀਡੀਓਸ ਅਸੀਂ ਹੋਰ ਤੁਹਾਡੇ ਵਾਸਤੇ ਲੈ ਕੇ ਆਈਏ 6.5 ਤੋਂ ਲੈ ਕੇ ਤੁਹਾਨੂੰ ਜੇ 7 ਲੈਣੇ ਆ 7 ਈਚ ਲੈਣੇ ਆ 7.5 ਲੈਣੇ ਆ ਕਿਵੇਂ ਘਰ ਬੈਠ ਕੇ ਲੈ ਸਕਦੇ ਹੋ ਜ਼ਰੂਰ ਵੀਡੀਓ ਨੀਚੇ ਲਿਖਿਓ ਵੀ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਆ ਤੇ ਇਦਾਂ ਦੀਆਂ ਵੀਡੀਓਸ ਅੱਗੇ ਆਉਣੀਆਂ ਚਾਹੀਦੀਆਂ ਕਿ ਕਿਵੇਂ ਕਰਨੀਆਂ ਚਾਹੀਦੀਆਂ ਵਾ ਤੇ ਜੇ ਤੁਸੀਂ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਾਲ ਕਰਕੇ ਆਨਲਾਈਨ ਕਲਾਸਿਸ ਆਪਣੀਆਂ ਬੁੱਕ ਕਰ ਸਕਦੇ ਹੋ ਤੇ ਜਿਹੜੇ ਬੱਚੇ ਨੇ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾਗਾ ਸੋ ਜਲਦੀ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਔਨ ਕਰ ਦਿਓ ਕਾਫੀ ਇਦਾਂ ਦੀਆਂ ਟੌਪਿਕਸ ਵਾਲੀ ਵੀਡੀਓਸ ਤੁਹਾਡੇ ਵਾਸਤੇ ਡੇਲੀ ਲੈ ਕੇ ਆਉਂਦੇ ਰਹਿੰਦੇ ਆ ਤੇ ਜਿਹੜੇ ਬੱਚੇ ਨੇ Instagram ਤੇ ਫੋਲੋ ਨਹੀਂ ਕੀਤਾ ਸੋ ਜਲਦੀ ਜਾ ਕੇ Instagram ਤੇ ਗੁਰਵਿੰਦਰ ਪੀਟੀ ਦਾ ਪੇਜ ਫੋਲੋ ਕਰ ਲਓ ਕਾਫੀ ਡੇਲੀ ਬਾਈ ਡੇਲੀ ਰਿਜ਼ਲਟ ਉੱਥੇ ਪੋਸਟ ਕਰੀਦੇ ਆ ਤੇ ਤੁਹਾਡੇ ਵਾਸਤੇ ਬਹੁਤ ਨੌਲੇਜ ਵਾਲੀਆਂ ਰੀਲਸ ਵੀ ਉੱਥੇ ਲੈ ਕੇ ਆਈਆਂ ਨੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਦੇਖਣ ਨੂੰ ਭੁੱਲਿਓ ਥੈਂਕ ਯੂ ਸੋ ਮਚ